ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਅੱਜ ਦੇ ਸਪੈਸ਼ਲ ਗੈਸਟ ਨੇ ਐਕਟਰੈਸ ਕਮ ਮਾਡਲ ਸੋਨੀਆ ਮਾਨ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਤਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਬਚਪਨ ਤੋਂ। ਮੇਰੇ ਖਿਆਲ ਤੁਸੀਂ ਹਲਦਵਾਨੀ ਉੱਤਰ ਪ੍ਰਦੇਸ਼ ਤੁਹਾਡਾ ਜਨਮ ਹੋਇਆ ਤੇ ਯੂ ਬੌਟ ਅਪ ਇਨ ਅੰਮ੍ਰਿਤਸਰ। ਬਚਪਨ ਕਿੱਦਾਂ ਦਾ, ਕਿਸ ਮਾਹੌਲ 'ਚ ਬੀਤਿਆ? ਬਚਪਨ ਰੀਲੀ ਟਫ ਰਿਹਾ ਬਿਕਾਜ਼ ਮੈਂ ਪੈਦਾ ਤੇ ਹਲਦਵਾਨੀ 'ਚ ਹੋਈ ਸੀਗੀ ਬਟ ਬੌਟ ਅਪ ਅੰਮ੍ਰਿਤਸਰ ਦੇ ਵਿੱਚ ਹੋਈ ਹਾਂ। ਔਰ ਕਾਫੀ ਟਾਈਮ ਤੱਕ ਤੇ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਲਾਈਕ ਮੇਰੇ ਫਾਦਰ ਦੀ ਡੈਥ ਹੋ ਗਈ ਆ ਬਿਕਾਜ਼ ਛੋਟੇ ਬੱਚੇ ਨੂੰ ਆਈ ਬਿਲੀਵ ਸੋ ਨਹੀਂ ਦੱਸਦੇ। ਸੋ ਇਹ ਦੱਸਦੇ ਸੀਗੇ ਕਿ ਉਹ ਬਾਹਰ ਗਏ ਨੇ। ਐਂਡ ਮੈਂ ਆਪਣਾ ਬਚਪਨ, ਮੇਰੇ ਮੰਮਾ ਪਿੰਡ ਰਹਿੰਦੇ ਸੀਗੇ ਔਰ ਮੈਂ ਆਪਣੇ ਤਾਇਆ ਤਾਈ ਜੀ ਦੇ ਕੋਲ, ਪਹਿਲਾਂ ਮੈਨੂੰ ਹੋਸਟਲ ਪਾ ਦਿੱਤਾ ਸੀਗਾ ਸੇਂਟ ਫਰਾਂਸਿਸ 2.5 ਸਾਲਾਂ ਦੀ ਨੂੰ। ਸੋ ਮੈਂ ਹੋਸਟਲ 'ਚ ਸੀਗੀ। ਫਿਰ ਉਸ ਤੋਂ ਬਾਅਦ ਮੇਰੇ ਤਾਇਆ ਜੀ ਦੇ ਕੋਲ ਰਹੀ 6 ਸਟੈਂਡਰਡ 7 ਸਟੈਂਡਰਡ ਤੱਕ। ਫਿਰ ਮੈਨੂੰ ਹੋਸਟਲ ਪਾ ਦਿੱਤਾ ਗਿਆ ਸੀਗਾ ਬਿਕਾਜ਼ ਮੰਮਾ ਪਿੰਡ ਰਹਿੰਦੇ ਸੀਗੇ ਔਰ ਸ਼ਹਿਰ ਘਰ ਨਹੀਂ ਸੀਗਾ ਉਦੋਂ। ਐਂਡ ਫਿਰ ਮੇਰੇ ਦਾਦਾ ਜੀ ਨੇ ਮੰਮਾ ਨੂੰ ਇੱਕ ਪਲਾਟ ਲੈ ਕੇ ਦਿੱਤਾ ਸੀਗਾ। ਫਿਰ ਮੇਰੇ ਦਾਦੀ ਮਾਂ ਨੇ ਕਿਹਾ ਵੀ ਤੁਸੀਂ ਘਰ ਬਣਾ ਲਓ ਸ਼ਹਿਰ, ਕਿਉਂਕਿ ਮੇਰੀ ਅੱਗੇ ਦੀ ਜਿਹੜੀ ਸਟੱਡੀ ਆ ਫਿਰ ਮੈਂ ਉੱਥੇ ਰਹਿ ਕੇ ਕਰ ਲੂੰਗੀ। ਸੋ ਅਸੀਂ ਘਰ ਮੰਮਾ ਨੇ ਬਣਾਇਆ ਜਦੋਂ ਤੱਕ। ਫਿਰ ਹੋਸਟਲ ਤੋਂ ਵਾਪਸ ਫਿਰ ਮੈਂ ਮੰਮਾ ਦੇ ਨਾਲ ਰਹੀ ਹਾਂ। ਐਂਡ ਥੋੜ੍ਹਾ ਜਿਹਾ ਮਤਲਬ ਬੜਾ ਡਿਸਟਰਬ ਜਿਹਾ ਬਚਪਨ ਰਿਹਾ ਹੈ ਬਿਕਾਜ਼ ਖੁਸ਼ਹਾਲ ਬਚਪਨ ਨਹੀਂ ਸੀ। ਹਾਂ, ਖੁਸ਼ਹਾਲ ਬਚਪਨ ਨਹੀਂ ਸੀਗਾ ਬਿਕਾਜ਼ ਲੋਨਲੀਨੈਸ ਰਹੀ ਆ, ਇਕੱਲੇ ਰਹਿਣ ਦੀ ਉਹ ਪ੍ਰੋਟੈਕਸ਼ਨ ਨਹੀਂ ਰਹੀ। ਹਾਂ ਯਾ ਤੁਸੀਂ ਸਹੀ ਕਹਿ ਸਕਦੇ ਹੋ ਬਿਕਾਜ਼ ਮੈਂ ਇਕੱਲੀ ਰਹੀ ਹਾਂ ਸ਼ੁਰੂ ਤੋਂ। ਲਾਈਕ ਭਾਵੇਂ ਮੈਂ ਛੋਟੀ ਸੀਗੀ ਹੋਸਟਲ 'ਚ ਰਹੀ, ਫਿਰ ਉਸ ਤੋਂ ਬਾਅਦ ਵੀ ਆਪਣੇ ਤਾਇਆ ਤਾਈ ਜੀ ਦੇ ਘਰ ਰਹੀ, ਉਦੋਂ ਵੀ ਇਕੱਲੀ ਸੀਗੀ, ਮੰਮਾ ਤੋਂ ਦੂਰ ਸੀਗੀ। ਐਂਡ ਫਿਰ ਹੋਸਟਲ ਚਲੇ ਗਈ ਐਂਡ ਫਿਰ ਮੰਮਾ ਦੇ ਨਾਲ ਥੋੜ੍ਹੇ ਸਾਲ ਰਹੀ। ਔਰ ਉਵੇਂ ਵੀ ਸਾਰਾ ਦਿਨ ਮੈਂ ਹੋਲੀ ਹਾਰਟ 'ਚ ਸੀਗੀ, ਪਹਿਲਾਂ ਸੇਕਰਡ ਹਾਰਟ ਸੀਗੀ, ਫਿਰ ਹੋਲੀ ਹਾਰਟ ਸੀਗੀ। ਸਾਰਾ ਦਿਨ ਡੇ ਬੋਰਡਿੰਗ ਕਰਕੇ ਘਰ ਆਈਦਾ ਸੀਗਾ ਵਾਪਸ। ਐਂਡ ਟਿਊਸ਼ਨਸ ਹੁੰਦੀਆਂ ਸੀਗੀਆਂ। ਫਿਰ ਉਸ ਤੋਂ ਬਾਅਦ ਫਿਰ ਮੈਂ ਬੋਂਬੇ ਚਲੇ ਗਈ ਜੀ। 13 ਸਾਲ ਫਿਰ ਬੋਂਬੇ ਰਹੀ। ਹੁਣ ਫਿਰ ਇਕੱਲੀ ਰਹਿ ਰਹੀ ਹਾਂ ਚੰਡੀਗੜ੍ਹ। ਸੋ ਜਿਵੇਂ ਤੁਸੀਂ ਡਿਸਕਸ ਕਰ ਰਹੇ ਸੀਗੇ ਆਪਾਂ ਇੰਟਰਵਿਊ ਤੋਂ ਪਹਿਲਾਂ ਕਿ ਬੀਇੰਗ ਅ ਕਾਮਰੇਡ ਸਟਾਰਟਰ ਇਟ ਮਸਟ ਬੀ ਵੈਰੀ ਟਫ ਫॉर ਯੂ, ਲੋਟ ਆਫ ਸਟਰਗਲਸ ਯੂ ਵੈਂਟ ਥਰੂ। ਸੋ ਤੁਹਾਡੇ ਕੀ ਮਾਇਨੇ ਨੇ ਇਹ ਕਾਮਰੇਡ ਨੂੰ ਲੈ ਕੇ? ਇਜ਼ ਇਟ ਆਲ ਅਬਾਊਟ ਰਿਲੀਜਨ ਜਾਂ ਸਿਰਫ ਵਿਚਾਰਧਾਰਾ ਨੇ? I believe comrade is a vichardhara. It's not a religion. Religion is Sikh, Hindu, Muslim is a religion. Comrade ਤੁਹਾਡੀ ਆਪਣੀ ਵਿਚਾਰਧਾਰਾ ਹੈ। ਤੁਸੀਂ ਆਪਣੀ ਵਿਚਾਰਧਾਰਾ ਦੇ ਨਾਲ ਕੁਝ ਵੀ ਫੋਲੋ ਕਰ ਸਕਦੇ ਹੋ, ਕੋਈ ਬੁੱਕ ਫੋਲੋ ਕਰ ਸਕਦੇ ਹੋ, ਕਿਸੇ ਇਨਸਾਨ ਨੂੰ ਫੋਲੋ ਕਰ ਸਕਦੇ ਹੋ। ਸੋ ਮੇਰੇ ਫਾਦਰ ਕਾਮਰੇਡ ਸੀਗੇ ਔਰ ਨੈਕਸਲਾਈਟ ਮੂਵਮੈਂਟ ਦੇ ਵਿੱਚ ਰਹੇ ਆ ਕਾਲਜ ਤੋਂ ਲੈ ਕੇ ਬਾਅਦ ਤੱਕ। ਔਰ ਪਿੰਡ ਦੇ ਸਰਪੰਚ ਵੀ ਰਹੇ ਕਿਉਂਕਿ ਮੇਰੇ ਦਾਦਾ ਜੀ ਵੀ ਪਿੰਡ ਦੇ ਸਰਪੰਚ ਸੀਗੇ। ਬਾਅਦ 'ਚ MLA ਦੀ ਇਲੈਕਸ਼ਨ ਵੀ ਲੜਦੇ ਰਹੇ। ਸੋ ਮੇਰੇ ਮੰਮਾ ਦੇ ਨਾਲ ਮੇਰੇ ਡੈਡ ਵਿਆਹ ਨਹੀਂ ਕਰਾਉਣਾ ਚਾਹੁੰਦੇ ਸੀਗੇ ਬਿਕਾਜ਼ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਕੰਮ ਉਹ ਕਰ ਰਹੇ ਨੇ ਔਰ ਕਦੋਂ ਵੀ ਉਹਨਾਂ ਨੂੰ ਜੇਲ੍ਹ ਹੋ ਬਿਕਾਜ਼ ਉਹ ਜੇਲ੍ਹ 'ਚ ਵੀ ਰਹੇ। ਉਹਨਾਂ ਨੂੰ ਕਾਫੀ ਗਵਰਨਮੈਂਟ ਨੇ ਜੇਲ੍ਹ 'ਚ ਰੱਖਿਆ ਔਰ ਪੁੱਠੇ ਲਟਕਾਇਆ, ਅੱਖਾਂ 'ਚੋਂ ਖੂਨ ਵੀ ਆ ਗਿਆ ਸੀਗਾ ਬਿਕਾਜ਼ ਉਹ ਗਵਰਨਮੈਂਟ ਦੇ ਅਗੇਂਸਟ ਇੱਕ ਮੈਗਜ਼ੀਨ ਕੱਢਦੇ ਸੀਗੇ ਜਿਹਦਾ ਨਾਮ ਸੀਗਾ ਹਰਾਵਲ ਦਸਤਾ ਮੈਗਜ਼ੀਨ। ਉਹਦੇ ਐਡੀਟਰ ਸੀਗੇ ਉਹ। ਔਰ ਇਸ ਕਰਕੇ ਉਹ ਸ਼ਾਇਦ ਵਿਆਹ ਨਹੀਂ ਕਰਾਉਣਾ ਚਾਹੁੰਦੇ ਸੀਗੇ ਬਿਕਾਜ਼ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਅਨਸਰਟਨ ਕਦੀ ਵੀ ਉਹਨਾਂ ਨਾਲ ਕੁਝ ਹੋ ਸਕਦਾ। ਬਟ ਮੇਰੀ ਦਾਦੀ ਮਾਂ ਦੇ ਫੋਰਸ ਕਰਨ 'ਤੇ ਉਹਨਾਂ ਨੇ ਵਿਆਹ ਕੀਤਾ ਹੈ। ਔਰ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਬੇਟੀ ਚਾਹੀਦੀ ਸੀਗੀ, ਬੇਟਾ ਨਹੀਂ ਚਾਹੀਦਾ ਸੀਗਾ। ਸੋ ਬੇਟੀ ਹੋਈ ਔਰ ਬਟ ਉਹਨਾਂ ਨੂੰ ਲੱਗਦਾ ਸੀਗਾ ਕਿ ਲਾਈਕ ਉਹ ਨਹੀਂ ਰਹਿਣਗੇ। ਸੋ ਉਹਨਾਂ ਨੇ ਇੱਕ ਲੈਟਰ ਲਿਖੀ ਸੀਗੀ ਮੈਨੂੰ ਕਿ ਜਿਹੜੀ ਲੈਟਰ ਅੱਜ ਗੂਗਲ 'ਤੇ ਵੀ ਹੈ ਔਰ ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਲਿਖੀਆਂ ਸੀਗੀਆਂ ਵੀ ਲਾਈਕ ਮੈਂ ਆਪਣੀ ਜ਼ਿੰਦਗੀ ਜਿਹੜੀ ਨੀਂਹ ਹੈ ਔਰ ਉਸ ਲੈਟਰ ਦੇ ਅਕੋਰਡਿੰਗਲੀ ਰੱਖਾਂ ਔਰ ਉਹਨੂੰ ਸਮਝਾਂ। ਔਰ ਬਹੁਤ ਡੂੰਘੀਆਂ ਗੱਲਾਂ ਸੀਗੀਆਂ ਉਹਦੇ 'ਚ। ਅਤੇ ਤੁਸੀਂ ਰਿਲਾਈ ਕਰਦੇ ਹੋ ਉਸ ਲੈਟਰ 'ਤੇ? ਉਹ ਕੀ ਸਟਰਗਲਸ ਸੀਗੇ ਬਚਪਨ ਦੇ ਵਿੱਚ ਵੀ ਤਾਂ ਹੁਣ ਵੀ? ਸਟਰਗਲਸ ਲਾਈਕ ਮੇਰੇ ਮੰਮਾ ਦੀਆਂ ਐਕਸਪੈਕਟੇਸ਼ਨਸ ਮੇਰੇ ਤੋਂ ਇਹੀ ਸੀਗੀਆਂ ਕਿਉਂਕਿ ਮੰਮਾ ਨੇ ਦੂਜਾ ਵਿਆਹ ਨਹੀਂ ਕਰਾਇਆ ਔਰ ਸਾਰੀ ਜ਼ਿੰਦਗੀ ਪਾਪਾ ਵਾਸਤੇ ਦਿੱਤੀ ਹੈ ਕਿਉਂਕਿ ਉਹਨਾਂ ਦਾ ਇੱਕ ਪ੍ਰੋਮਿਸ ਸੀਗਾ ਕਿ ਉਹ ਮੇਰੀ ਟੇਕ ਕੇਅਰ ਕਰਨਗੇ ਹੈ ਨਾ। ਔਰ ਮੰਮਾ ਦੀ ਇਹੀ ਐਕਸਪੈਕਟੇਸ਼ਨ ਸੀਗੀ ਕਿ ਮੈਂ ਪਾਪਾ ਦੇ ਅਕੋਰਡਿੰਗਲੀ ਚੱਲਾਂ ਔਰ ਪਾਪਾ ਜੋ ਚਾਹੁੰਦੇ ਸੀਗੇ ਮੈਂ ਉਹ ਕਰਾਂ। ਔਰ ਪਰ ਮੈਨੂੰ ਇੰਨਾ ਸਮਝ ਨਹੀਂ ਸੀਗੀ। ਲਾਈਕ ਮੇਰੇ ਮੰਮਾ ਨੇ ਬਹੁਤ ਕੋਸ਼ਿਸ਼ ਕੀਤੀ। ਲਾਈਕ ਮੈਨੂੰ ਦੇਸ਼ ਭਗਤ ਯਾਦਗਾਰ ਹਾਲ ਲੈ ਕੇ ਜਾਂਦੇ ਸੀਗੇ ਗਦਰੀ ਬਾਬਿਆਂ ਦੇ ਮੇਲੇ ਦੇ ਉੱਤੇ। ਗਦਰੀ ਬਾਬਾ ਜੀ ਜਿਹੜੇ ਸੀਗੇ ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਸੀਗੇ। ਉਹ ਵੀ ਚਾਹੁੰਦੇ ਸੀਗੇ ਕਿ ਉਹ ਮੈਨੂੰ ਪੜ੍ਹਾਈ ਕਰਾਉਣ, ਬਾਹਰ ਲੈ ਕੇ ਜਾਣ। ਬਟ ਮੰਮਾ ਕਹਿੰਦੇ ਸੀਗੇ ਕਿ ਮੇਰੇ ਕੋਲ ਇਹੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਲਾਈਕ ਮੇਰੇ ਫਾਦਰ ਦੀ ਬਰਸੀ ਮੰਨਦੀ ਸੀਗੀ ਹਰ ਸਾਲ ਅਤੇ ਉੱਥੇ ਵੀ
ਸੋਸ਼ਲ ਕਨਸੈਪਟਸ ਦੇ ਉੱਤੇ ਪਲੇਜ਼ ਹੁੰਦੇ ਸੀਗੇ। ਭਾਈ ਮੰਨਾ ਸਿੰਘ ਗੁਰਸ਼ਨ ਭਾਜੀ ਹੁਣੀ, ਉਹਨਾਂ ਦੀਆਂ ਬੇਟੀਆਂ ਸਾਡੇ ਘਰੇ ਰਹਿੰਦੇ ਰਹੇ ਆ ਉਹ, ਔਰ ਉਹ ਕਰਦੇ ਸੀਗੇ ਪਲੇ। ਹੁਣ ਵੀ ਕੁਲਦੀਪ ਧਾਲੀਵਾਲ ਅੰਕਲ ਜਿਹੜੇ ਹੁਣ ਪੰਚਾਇਤ ਮਿਨਿਸਟਰ ਆ, ਉਹ ਮੇਰੇ ਪਾਪਾ ਦੇ ਫਰੈਂਡ ਨੇ, ਬਹੁਤ ਕਲੋਜ਼। ਸਰਬਜੀਤ ਪਿੱਟੇਵਾੜ ਅੰਕਲ ਮੇਰੇ ਪਾਪਾ ਦੇ ਬੈਸਟ ਫਰੈਂਡਸ ਨੇ, ਜਿਨ੍ਹਾਂ ਨੇ ਇਕੱਠੇ ਪਾਰਟੀ 'ਚ ਕੰਮ ਕੀਤਾ ਹੈ। ਐਂਡ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਔਰ ਅੱਜ ਆਈ ਐਮ ਵੈਰੀ ਹੈਪੀ ਕਿ ਉਹ ਇੱਕ ਚੰਗਾ ਕੰਮ ਕਰ ਰਹੇ ਨੇ, ਕਾਰਜ ਕਰ ਰਹੇ ਨੇ। ਸੋ ਮੇਰੇ ਬਚਪਨ ਦੇ ਵਿੱਚ ਲਾਈਕ ਮੰਮਾ ਮੈਨੂੰ ਲੈ ਕੇ ਜਾਂਦੇ ਸੀਗੇ ਇਹੋ ਜਿਹੀਆਂ ਐਕਟੀਵਿਟੀਜ਼ ਵਾਸਤੇ। ਮੇਰਾ ਬਰਥਡੇ ਪਿੰਗਲਵਾੜੇ ਮਨਾਉਂਦੇ ਸੀਗੇ। ਸਾਡਾ ਨਾਖਾਂ ਦਾ ਬਾਗ ਸੀਗਾ, ਤੇ ਮੰਮਾ ਨੇ ਨਾਖਾਂ ਵੀ ਲੈ ਕੇ ਜਾਣੀਆਂ, ਐਂਡ ਬਾਕੀ ਕਲੋਥਸ ਲੈ ਕੇ ਜਾਣੇ, ਸਵੀਟਸ ਲੈ ਕੇ ਜਾਣੇ। ਸੋ ਮੈਨੂੰ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਵੱਡਿਆਂ ਕੀਤਾ ਆ, ਲਾਈਕ ਸੋਸਾਇਟੀ ਦੀਆਂ ਪ੍ਰੋਬਲਮਸ ਨੂੰ ਸਮਝਣਾ। ਸੋਸ਼ਲ ਐਕਟੀਵਿਟੀਜ਼ ਨਾਲ ਤੁਸੀਂ, ਸੋਸ਼ਲ ਕਾਜ਼ਸ ਨਾਲ ਬਚਪਨ ਤੋਂ ਜੁੜੇ ਹੋਏ ਹੋ। ਯਾ ਆਈ ਬਿਲੀਵ ਸੋ। ਤੇ ਕਰੀਅਰ ਦੀ ਗੱਲ ਕਰਦੇ ਆ, ਕਾਫੀ ਤੁਸੀਂ ਪੰਜਾਬੀ ਗਾਣਿਆਂ ਦੇ ਵਿੱਚ ਕੰਮ ਕੀਤਾ, ਮਲਿਆਲਮ ਫਿਲਮਸ 'ਚ ਵੀ ਤੇ ਹਿੰਦੀ ਫਿਲਮ ਐਂਡ ਪੰਜਾਬੀ ਫਿਲਮਸ ਆਲਸੋ। ਤੁਸੀਂ ਆਪਣੇ ਰਾਹ ਕਿਵੇਂ ਸੌਖੇ ਕੀਤੇ ਇਸ ਇੰਡਸਟਰੀ ਦੇ ਵਿੱਚ? ਮੈਂ ਲਿਮਕਾ ਫਰੈਸ਼ ਵੇਸ ਆਫ ਪੰਜਾਬ ਬਣੀ ਸੀਗੀ 2007 'ਚ। ਉਸ ਤੋਂ ਬਾਅਦ ਮੈਨੂੰ ਇੱਕ ਫਿਲਮ ਮਿਲੀ ਸੀਗੀ ਗੱਭਰੂ ਦੇਸ਼ ਪੰਜਾਬ ਦੇ, ਚੰਨ ਪਰਦੇਸੀ ਦੇ ਜਿਹੜੇ ਪ੍ਰੋਡਿਊਸਰ ਸੀਗੇ ਉਹਨਾਂ ਨੇ ਬਣਾਈ ਸੀਗੀ, ਔਰ ਉਹਦੇ 'ਚ ਗੁਰਸੇਵਕ ਮਾਨ ਜੀ ਸੀਗੇ, ਔਰ ਦਾਰਾ ਸਿੰਘ ਜੀ ਨੇ ਮੇਰੇ ਗ੍ਰੈਂਡਫਾਦਰ ਦਾ ਰੋਲ ਕੀਤਾ ਸੀਗਾ। ਐਂਡ ਦੈਨ ਲਾਈਕ ਉਹ ਫਿਲਮ ਰਿਲੀਜ਼ ਨਹੀਂ ਹੋਈ ਕਿਸੇ ਕਾਰਨ, ਬਟ ਦਾਰਾ ਜੀ ਐਂਡ ਉਹਨਾਂ ਦੇ ਜਿਹੜੇ ਵਾਈਫ ਆ, ਦੇ ਬੀਇੰਗ ਵੈਰੀ ਕਲੋਜ਼ ਟੂ ਮਾਈ ਮਮ ਐਂਡ ਦ ਫੈਮਿਲੀ ਫਰੈਂਡ। ਸੋ ਉਹਨਾਂ ਨੇ ਕਿਹਾ ਵੀ ਜੇ ਐਕਚੁਅਲ 'ਚ ਸੱਚੀ ਕੁਛ ਕਰਨਾ ਚਾਹੁੰਦੀ ਹੈ ਲਾਈਕ ਆਪਣੀ ਲਾਈਫ ਵਿੱਚ, ਤੇ ਫਿਰ ਇਹਨੂੰ ਬੰਬੇ ਜਾਣਾ ਚਾਹੀਦਾ ਆ। ਸੋ ਫਿਰ ਉਹਨਾਂ ਦੇ ਘਰੇ ਮੈਂ ਰਹੀ, ਉਹਨਾਂ ਨੇ ਮੈਨੂੰ ਐਕਟਿੰਗ ਸਕੂਲ ਜੁਆਇਨ ਕਰਵਾਇਆ ਸੀਗਾ। ਸੋ ਬੀਇੰਗ ਲਾਈਕ ਕਾਫੀ ਟਾਈਮ ਮੇਰਾ ਬੰਬੇ ਨਿਕਲ ਗਿਆ। ਆਈ ਐਕਚੁਅਲੀ ਬਿਲੀਵ ਸੋਨੀਆ ਮੈਮ ਕਿ ਕਿਸੇ ਵੀ ਕੁੜੀ ਨੂੰ ਨਾ ਕਿਸੇ ਵੀ ਫੀਲਡ ਦੇ ਵਿੱਚ ਐਸਟੈਬਲਿਸ਼ ਹੋਣ ਲਈ ਥੋੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜ਼ਿਆਦਾ ਜਦੋਜਹਿਦ ਕਰਨੀ ਪੈਂਦੀ ਹੈ। ਸੋ ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ, ਪੰਜਾਬੀ ਫਿਲਮ ਇੰਡਸਟਰੀ ਜਾਂ ਬਾਲੀਵੁੱਡ ਇੰਡਸਟਰੀ ਦੇ ਵਿੱਚ ਫਰੈਸ਼ ਫੇਸਿਸ ਦੀ ਕਿੰਨੀ ਕੁ ਐਕਸੈਪਟੈਂਸ ਹੈ? ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ? ਮੈਨੂੰ ਇਹ ਲੱਗਦਾ ਹੈ ਕਿ ਇਟਸ ਰੀਅਲੀ ਟਫ। ਇਟਸ ਰੀਅਲੀ ਟਫ। ਤੁਹਾਨੂੰ ਬਾਲੀਵੁੱਡ 'ਚ ਜਾ ਕੇ ਇਹ ਨਹੀਂ ਸਮਝ ਲੱਗਦੀ ਵੀ ਤੁਸੀਂ ਆਪਣੀ ਜਰਨੀ ਕਿੱਥੋਂ ਸਟਾਰਟ ਕਰੋ। ਔਰ ਜਦੋਂ ਤੁਹਾਨੂੰ, ਚਲੋ ਮੈਨੂੰ ਤੇ ਦਾਰਾ ਜੀ ਜਾਣਦੇ ਸੀਗੇ, ਔਰ ਉਹਨਾਂ ਦਾ ਸਰਕਲ ਮੈਨੂੰ ਇੰਟਰੋਡਿਊਸ ਕੀਤਾ ਗਿਆ, ਤੇ ਮੇਰੇ ਵਾਸਤੇ ਥੋੜ੍ਹਾ ਜਿਹਾ ਈਜ਼ੀ ਇਸ ਪੱਖੋਂ ਵੀ ਰਹਿ ਗਿਆ ਕਿ ਲਾਈਕ ਮੈਨੂੰ ਪਤਾ ਲੱਗ ਗਿਆ ਵੀ ਕਿੱਥੋਂ ਫੋਟੋ ਸ਼ੂਟ ਕਰਾਉਣਾ ਆ, ਕਿਹੜੇ ਐਕਟਿੰਗ ਸਕੂਲ 'ਚ ਮੈਂ ਜਾਣਾ, ਥੋੜ੍ਹੀ ਗਾਈਡੈਂਸ ਮਿਲ ਗਈ। ਬਟ ਉਸ ਤੋਂ ਬਾਅਦ ਵੀ ਟਫ ਹੁੰਦਾ ਆ, ਤੁਹਾਨੂੰ ਆਡੀਸ਼ਨ ਦੇਣੇ ਪੈਂਦੇ ਆ, ਔਰ ਕਈ ਵਾਰੀ ਤੁਹਾਡੀ ਸਿਫਾਰਿਸ਼ਾਂ ਦੇ ਉੱਤੇ ਵੀ ਕੰਮ ਹੁੰਦਾ ਆ, ਔਰ ਕਈ ਵਾਰੀ ਤੁਹਾਡਾ ਸਰਕਲ ਵੀ ਮੈਟਰ ਕਰਦਾ ਆ। ਬਟ ਮੈਂ ਕਹਿੰਦੀ ਹਾਂ ਵੀ ਜਿਹੜੀ ਮੈਨੂੰ ਹਿੰਦੀ ਫਿਲਮ ਮਿਲੀ ਹੈਪੀ ਹਾਰਡੀ ਹੀਰ, ਉਹ ਮੈਨੂੰ ਜਿਮ 'ਚੋਂ ਮਿਲੀ। ਲਾਈਕ ਮੈਨੂੰ ਹਿਮੇਸ਼ ਜੀ ਦੀ ਵਾਈਫ ਨੇ ਜਿਮ 'ਚ ਦੇਖਿਆ, ਐਂਡ ਮੈਂ ਕਿਸੇ ਨਾਲ ਪੰਜਾਬੀ 'ਚ ਗੱਲ ਕਰ ਰਹੀ ਸੀਗੀ, ਐਂਡ ਉਹਨਾਂ ਨੂੰ ਹੀਰ ਉਹੋ ਜਿਹੀ ਚਾਹੀਦੀ ਸੀਗੀ ਕਿ ਜਿਹੜੀ ਜਬ ਵੀ ਮੈਟ ਵਰਗੀ ਗੀਤ ਦਾ ਕਰੈਕਟਰ ਹੋਵੇ, ਜੌਲੀ ਜਿਹਾ ਕਰੈਕਟਰ ਹੋਵੇ, ਔਰ ਰੀਅਲਿਸਟਿਕ ਹੋਵੇ। ਸੋ ਉਹਨਾਂ ਨੇ ਇਸ ਵੇ ਦੇ ਨਾਲ ਮੈਨੂੰ ਉਸ ਫਿਲਮ ਦੇ ਵਿੱਚ ਸਿਲੈਕਟ ਕੀਤਾ ਸੀਗਾ। ਬਾਕੀ ਰਹੀ ਗੱਲ ਮਲਿਆਲਮ ਦੇ ਵਿੱਚ ਜਾਂ ਸਾਊਥ ਦੇ ਵਿੱਚ, ਉੱਥੇ ਲੁੱਕਸ ਮੈਟਰ ਕਰਦੀਆਂ ਆ। ਓਕੇ। ਉੱਥੇ ਤੁਸੀਂ ਸੋਹਣੇ ਦਿਖਣੇ ਚਾਹੀਦੇ ਹੋ, ਵਾਈਟ ਕਲਰ ਤੁਹਾਡੀ ਸਕਿਨ ਹੋਣੀ ਚਾਹੀਦੀ ਹੈ, ਤੁਹਾਡੇ ਫੀਚਰਸ ਵਧੀਆ ਹੋਣੇ ਚਾਹੀਦੇ ਆ, ਕਨਵੈਨਸ਼ਨਲ ਬਿਊਟੀ ਹੋਣੀ ਚਾਹੀਦੀ ਹੈ, ਤੇ ਤੁਹਾਨੂੰ ਕੰਮ ਦੇ ਦਿੰਦੇ ਆ ਉਹ। ਠੀਕ ਹੈ। ਸੋ ਜਿਹੜੀਆਂ ਮੈਂ ਤੇਲਗੂ ਫਿਲਮਸ ਕੀਤੀਆਂ ਆ ਉਹ ਐਂ ਹੀ ਕੀਤੀਆਂ ਆ, ਬਿਕਾਜ਼ ਉੱਥੇ ਉਹਨਾਂ ਨੇ ਕੋਈ ਆਡੀਸ਼ਨ ਨਹੀਂ ਲਿਆ ਸੀਗਾ, ਉਹਨਾਂ ਨੇ ਫੋਟੋਆਂ ਖਿੱਚੀਆਂ ਸੀਗੀਆਂ। ਇਟ ਵਾਸ ਜਸਟ ਅਬਾਊਟ ਫੇਸ। It's just about your face and how you look on camera. Basically that matters। और क्योंकि ਉਹ ਸਿਰਫ ਫੋਟੋ ਸ਼ੂਟ ਕਰਦੇ ਆ, ਮਤਲਬ ਤੁਹਾਨੂੰ ਬੁਲਾਉਂਦੇ ਆ, ਉਹ ਵੇਖਦੇ ਆ ਕਿ ਕਈ ਵਾਰੀ ਹੁੰਦਾ ਕਿ ਕੁੜੀਆਂ ਫੋਟੋਆਂ ਸੈਂਡ ਕਰ ਦਿੰਦੀਆਂ ਤੇ ਉਹ ਫੋਟੋਆਂ 'ਚ ਕੁਛ ਹੋਰ ਦੇਖਦੀਆਂ ਤੇ ਆਮਣੇ ਸਾਹਮਣੇ ਕੁਛ ਹੋਰ ਦੇਖਦੀਆਂ ਆ। ਫਿਰ ਉਹ ਬੁਲਾਉਂਦੇ ਆ ਔਰ ਫੋਟੋ ਸ਼ੂਟ ਕਰਦੇ ਆ ਪ੍ਰੋਪਰ ਆਪਣੇ ਮੇਕਅਪ ਕਰਾ ਕੇ ਵੀ ਤੁਸੀਂ ਐਗਜ਼ੈਕਟਲੀ ਉਹੋ ਜਿਹੀ ਦੇਖਦੇ ਹੋ ਔਨ ਸਕਰੀਨ, ਫਿਰ ਉਹ ਤੁਹਾਨੂੰ ਫਿਲਮ ਦੇ ਦਿੰਦੇ ਆ। ਤੇ ਪੰਜਾਬੀ ਇੰਡਸਟਰੀ ਵੇਖੋ, ਮੇਰੀ ਬਾਂਹ ਫੜੀ ਅਮਿਤੋਜ ਬਾਈ ਨੇ, ਅਮਿਤੋਜ ਮਾਨ, ਬਾਬੂ ਸਿੰਘ ਮਾਨ ਜੀ ਦੇ ਜਿਹੜੇ ਬੇਟੇ ਆ, ਹਰਭਜਨ ਮਾਨ। ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ, ਕਿਉਂਕਿ ਮੇਰੀ ਪਹਿਲੀ ਪੰਜਾਬੀ ਲਾਈਕ ਪਹਿਲੀ ਤੇ ਰਿਲੀਜ਼ ਨਹੀਂ ਹੋਈ ਸੀਗੀ ਹਾਣੀ। ਮੈਂ ਐਕਚੁਅਲੀ ਅਮਿਤੋਜ ਬਾਈ ਦੇ ਨਾਲ ਮੈਂ ਇੱਕ ਹਿੰਦੀ ਫਿਲਮ ਕਰ ਰਹੀ ਸੀਗੀ, ਉਹ ਬੰਬੇ ਰਹਿੰਦੇ ਹੁੰਦੇ ਸੀਗੇ, ਤੇ ਮੈਂ ਉਹਦਾ ਆਡੀਸ਼ਨ ਦਿੱਤਾ ਸੀਗਾ, ਤੇ ਉਹ ਹਿੰਦੀ ਫਿਲਮ ਦੇ ਵਿੱਚ ਹੀ ਇਹ ਪੰਜਾਬੀ ਫਿਲਮ ਸਟਾਰਟ ਹੋ ਗਈ ਹਾਣੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੇਰੀ ਇੰਨੀ ਵਧੀਆ ਪੰਜਾਬੀ ਆ ਤੇ ਤੂੰ ਕਿਉਂ ਨਹੀਂ ਪੰਜਾਬੀ ਫਿਲਮਾਂ ਕਰਦੀ, ਹਨਾ। ਤੇ ਉਹ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਜਿਹੜਾ ਬੰਦਾ ਬੰਬੇ ਚਲ ਜਾਂਦਾ ਨਾ, ਉਹਨੂੰ ਆ ਹੁੰਦਾ ਵੀ ਉਹ ਹਿੰਦੀ ਫਿਲਮਾਂ ਕਰੇ, ਹਨਾ। ਬਟ ਅਮਿਤੋਜ ਬਾਈ ਦੀ ਵਜ੍ਹਾ ਕਰਕੇ ਮੈਂ ਹਾਣੀ
ਕੀਤੀ ਸੀਗੀ ਹਨਾ ਜੀ। ਵੀ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ, ਐਂਡ ਹੀ ਵਾਜ਼ ਅਮੇਜ਼ਿੰਗ ਡਾਇਰੈਕਟਰ ਜੀ। ਔਰ ਬਹੁਤ ਵਧੀਆ ਤਰੀਕੇ ਨਾਲ ਟਰੀਟ ਕਰਦੇ ਆ। ਐਕਟਿੰਗ ਵੀ ਮੈਂ ਕਹਿੰਦੀ ਹਾਂ ਕਿ ਜਿਹੜੀ ਮੇਰੇ 'ਚ ਕਮੀਆਂ ਸੀਗੀਆਂ ਐਕਟਿੰਗ ਦੇ ਵਿੱਚ, ਥੋੜਾ ਕੈਮਰਾ ਕੌਨਸ਼ੀਅਸ ਕਾਫੀ ਬ੍ਰਸ਼ ਅਪ ਕੀਤੇ ਤੁਹਾਡੇ ਸਕਿੱਲਸ ਉਹਨਾਂ ਨੇ। ਯਾ ਮਤਲਬ ਉਹਨਾਂ ਨੇ ਕਾਫੀ ਕੀਤੇ, ਬੇਟਾ ਬੇਟਾ ਬੱਚਾ ਬੱਚਾ ਕਰਕੇ ਸਮਝਾ ਕੇ ਨਾ। ਹਾਣੀ ਦੇ ਵਿੱਚ ਉਹਨਾਂ ਨੇ ਮੈਨੂੰ ਕੰਮ ਦਿੱਤਾ, ਫਿਰ ਮੋਟਰ ਮਿੱਤਰਾਂ ਦੀ ਦੇ ਵਿੱਚ ਵੀ ਉਹਨਾਂ ਨੇ ਮੈਨੂੰ ਕੰਮ ਦਿੱਤਾ। ਸੋ ਮੈਂ ਅਮਿਤੋਜ ਬਾਈ ਦੇ ਨਾਲ 2 ਫਿਲਮਾਂ ਕੀਤੀਆਂ। ਉਸ ਤੋਂ ਬਾਅਦ ਤੇ ਜਦੋਂ ਵੀ ਉਹ ਫਿਲਮ ਕਰਨਗੇ ਤੇ ਓਬਵੀਅਸਲੀ ਉਹਨਾਂ ਦੀ ਫਰਸਟ ਪ੍ਰੈਫਰੈਂਸ ਸੋਨੀਆ ਹੁੰਦੀ ਹੈ, ਕਿਉਂਕਿ ਮੇਰੇ 'ਚ ਕੋਈ ਟੈਂਟਰਮਸ ਨਹੀਂ ਹੈਗੇ ਐਕਟਰਸ ਵਾਲੇ ਕਿ ਲਾਈਕ ਮੈਨੂੰ ਬਾਈ ਜੋ ਕਹਿ ਦਿੰਦੇ ਆ ਲਾਈਕ ਵੀ ਆਹ ਕਰਨਾ ਆ, ਔਰ ਵਰਕਸ਼ਾਪਸ ਕਰਾਉਂਦੇ ਨੇ ਪਹਿਲੋਂ ਕਰੈਕਟਰਾਈਜੇਸ਼ਨ ਦੀਆਂ ਹਮੇਸ਼ਾ ਦੇ। ਹੀ ਇਜ਼ ਵੈਰੀ ਪਾਰਟਿਕੂਲਰ ਅਬਾਊਟ ਹਿਸ ਵਰਕ ਐਂਡ ਵੈਰੀ ਸੀਰੀਅਸ। ਸੋ ਫਿਰ ਮੈਂ 25 ਕਿੱਲੇ ਕੀਤੀ ਇੱਕ ਜੀ ਸਿਮਰਨਜੀਤ ਹੁੰਦਲ ਨਾਲ, ਉਹ ਵੀ ਕਾਫੀ ਚੰਗੇ ਡਾਇਰੈਕਟਰ ਨੇ। ਔਰ ਇੱਕ ਕਰਨ ਕੁੰਦਰਾ ਦੇ ਨਾਲ ਕੀਤੀ ਸੀਗੀ ਮੇਰੇ ਯਾਰ ਕਮੀਨੇ, ਮਨੀਸ਼ ਜੀ ਦੇ ਨਾਲ, ਉਹ ਵੀ ਕਪਿਲ ਬਤਰਾ ਪ੍ਰੋਡਕਸ਼ਨ ਹਾਊਸ। ਹਾਂਜੀ। ਸੋ ਐਵੇਂ ਵਿੱਚ ਔਰ ਮਿਊਜ਼ਿਕ ਵੀਡੀਓਜ਼ ਦਾ ਵੀ ਸਫ਼ਰ ਐਵੇਂ ਹੀ ਰਿਹਾ। ਹਾਂਜੀ। ਕਿ ਪਹਿਲੀ ਮਿਊਜ਼ਿਕ ਵੀਡੀਓ, ਮੈਂ ਮਿਊਜ਼ਿਕ ਵੀਡੀਓਜ਼ ਨਹੀਂ ਕਰਦੀ ਸੀਗੀ, ਮੈਨੂੰ ਅਮਰਿੰਦਰ ਗਿੱਲ ਬਾਈ ਨੇ ਆਫਰ ਕੀਤੀ ਸੀਗੀ, ਕਾਰਜ ਜੀ ਨੇ, ਬਟ ਮੈਨੂੰ ਉਦੋਂ ਲੱਗਦਾ ਸੀਗਾ ਕਿ ਸ਼ਾਇਦ ਵੀ ਮਿਊਜ਼ਿਕ ਵੀਡੀਓਜ਼ ਨਹੀਂ ਕਰਨੀਆਂ ਚਾਹੀਦੀਆਂ ਹਨਾ, ਪਤਾ ਨਹੀਂ ਇੱਕ ਸਟਕ ਸੀਗਾ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ। ਬਟ ਜਦੋਂ ਹਰਭਜਨ ਮਾਨ ਬਾਈ ਨੇ ਇੱਕ ਗਾਣਾ ਮੈਨੂੰ ਸੁਣਾਇਆ, ਹੁਸਨ ਦੀ ਕਲੀ, ਐਂਡ ਬਾਈ ਨੇ ਮੈਨੂੰ ਕਿਹਾ ਵੀ ਇਹ ਗਾਣਾ ਤੇਰੇ ਲਈ ਹੈ, ਐਂਡ ਇਹ ਗਾਣਾ ਮੈਂ ਚਾਹੁੰਦਾ ਵੀ ਤੂੰ ਕਰੇ ਇਹ ਗਾਣਾ ਹਨਾ, ਤੇ ਮੈਂ ਬਾਈ ਨੂੰ ਕਦੀ ਨਾ ਨਹੀਂ ਕਰ ਸਕਦੀ। ਐਂਡ ਬਾਈ ਨੇ ਜੋ ਸੋਚਿਆ ਹੋਊਗਾ ਮੇਰੇ ਵਾਸਤੇ ਵਧੀਆ ਹੀ ਸੋਚਿਆ ਹੋਊਗਾ। ਸੋ ਮੈਂ ਉਹ ਹੁਸਨ ਦੀ ਕਲੀ ਤੋਂ ਆਪਣਾ ਵੀਡੀਓਜ਼ ਦਾ ਕਰੀਅਰ ਸ਼ੁਰੂ ਕੀਤਾ। ਬਹੁਤ ਖੂਬ, ਕਿਉਂਕਿ ਤੁਸੀਂ ਕਾਫੀ ਵੋਕਲ ਰਹੇ ਹੋ ਕਾਫੀ ਇਸ਼ੂਜ਼ ਨੂੰ ਲੈ ਕੇ। ਜੇ ਮੈਂ ਤੁਹਾਨੂੰ ਪੁੱਛਾਂ ਕਿ ਰੋਲ ਆਫ ਵੂਮਨ ਪੋਲਿਟਿਕਸ ਦੇ ਵਿੱਚ ਵੀ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ। ਵੋਕਲ ਇਸ ਕਰਕੇ ਕਿਉਂਕਿ ਮੈਂ ਜਿਨ੍ਹਾਂ ਦੀ ਧੀ ਆ, ਉਹ ਇੱਕ ਜੀਨਸ ਦੇ ਵਿੱਚ ਵੀ ਹੁੰਦਾ ਹੈ, ਇਟਸ ਇਨ ਜੀਨਸ। ਮੈਂ ਕੁਝ ਗਲਤ ਹੁੰਦਿਆਂ ਨਹੀਂ ਵੇਖ ਸਕਦੀ, ਐਂਡ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹ ਚੀਜ਼ ਸਹੀ ਹੋਵੇ ਔਰ ਉਹ ਠੀਕ ਹੋਵੇ। ਐਂਡ ਮੈਨੂੰ ਬਹੁਤ ਸਾਰੇ ਲੋਕੀ ਕਹਿ ਦਿੰਦੇ ਆ ਵੀ ਇੰਨਾ ਵੀ ਨਹੀਂ ਸੱਚ ਬੋਲੀਦਾ ਹੁੰਦਾ, ਵੀ ਲਾਈਕ ਥੋੜਾ ਫਿਲਟਰ ਹੋਣਾ ਚਾਹੀਦਾ, ਫਿਰ ਥੋੜਾ ਫਿਲਟਰ ਹੋਣਾ ਚਾਹੀਦਾ, ਥੋੜੀ ਡਿਪਲੋਮੈਸੀ ਰੱਖਣੀ ਚਾਹੀਦੀ ਆ। ਬਟ ਆਈ ਬਿਲੀਵ ਮੈਂ ਕਿਤੇ ਨਾ ਕਿਤੇ ਹਜੇ ਵੀ ਫਿਲਮ ਇੰਡਸਟਰੀ 'ਚ ਪਿੱਛੇ ਇਸੇ ਕਰਕੇ ਆ, ਬਿਕਾਜ਼ ਆਈ ਐਮ ਵੈਰੀ ਵੋਕਲ, ਵੈਰੀ ਸਟ੍ਰੇਟ ਫਾਰਵਰਡ। ਔਰ ਜੋ ਗਲਤ ਆ, ਜੋ ਸਹੀ ਆ ਹਨਾ। ਮੈਨੂੰ ਡਿਪਲੋਮੈਸੀ ਜੀ ਨਹੀਂ ਆਉਂਦੀ ਹਜੇ ਵੀ, ਸਿੱਖ ਵੀ ਨਹੀਂ ਸਕੀ ਬਿਕਾਜ਼ ਉਹ ਮੇਰੇ ਜੀਨਸ 'ਚ ਨਹੀਂ ਹੈਗਾ, ਯੂ ਨੋ। ਐਂਡ ਦੈਟਸ ਵਾਈ ਆਈ ਕੈਨ ਸੇ ਆਈ ਐਮ ਅ ਵੈਰੀ ਬੈਡ ਪੋਲੀਟੀਸ਼ੀਅਨ, ਬਿਕਾਜ਼ ਪੋਲੀਟਿਕਸ ਦੇ ਵਿੱਚ ਤੁਹਾਨੂੰ ਪੋਲੀਟਿਕਸ ਕਰਨੀ ਪੈਂਦੀ ਆ। ਹਾਂਜੀ, ਮੈਂ ਪੋਲੀਟਿਕਸ ਨਹੀਂ ਕਰ ਸਕਦੀ। ਲਾਈਕ ਮੈਂ ਸੋਸ਼ਲ ਵਰਕ ਕਰ ਸਕਦੀ ਹਾਂ। ਬੀਇੰਗ ਇਨ ਅ ਪੋਲੀਟੀਸ਼ੀਅਨ ਮੈਂ ਸੋਸ਼ਲ ਵਰਕ ਵਾਂਗੂ ਕੰਮ ਕਰ ਸਕਦੀ ਹਾਂ ਜੀ। I can't be diplomat and I can't be giving a fake smiles ਜੇ ਮੇਰਾ ਤੁਹਾਡੇ ਨਾਲ ਜੈਲ ਨਹੀਂ ਕਰਦੀ ਤਾਂ ਮੈਂ ਪਸੰਦ ਨਹੀਂ ਕਰਦੀ ਤੇ ਮੈਂ ਤੁਹਾਨੂੰ ਨਹੀਂ ਮਿਲੂੰਗੀ ਜੀ, ਔਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰੂੰਗੀ, ਸਿੰਪਲ ਬਲੌਕ ਕਰੂੰਗੀ। I can't be fake, so this is how it is. Yeah. ਤੁਸੀਂ ਵੋਕਲ ਹੋਣ ਦੀ ਗੱਲ ਕੀਤੀ ਤੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਕਾਫੀ ਲੋਕ ਆਏ, ਕਾਫੀ ਸਿਲੈਬਸ ਆਏ, ਕੁਝ ਦੇਰ ਲਈ ਆ ਕੇ ਚਲੇ ਗਏ, ਸ਼ਕਲ ਦਿਖਾ ਕੇ ਚੱਲ ਗਏ, ਪਰ ਤੁਸੀਂ ਕਾਫੀ ਐਕਟਿਵਲੀ ਪ੍ਰੋਟੈਸਟ ਕੀਤਾ, ਉੱਥੇ ਰਹੇ, ਲੋਕਾਂ ਦੀ ਸੇਵਾ ਕੀਤੀ। ਕੀ ਵਜ੍ਹਾ ਰਹੀ? ਵਜ੍ਹਾ ਮੇਰੇ ਮਾਮ, ਮੇਰੇ ਡੈਡ, ਕਿਉਂਕਿ ਮੈਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀਗਾ ਕਿ ਮੈਨੂੰ ਪਹਿਲੋਂ ਸਮਝ ਨਹੀਂ ਲੱਗਦੀ ਸੀਗੀ ਕਿ ਮੈਂ ਆਪਣੇ ਪਾਪਾ ਦਾ ਸੁਪਨਾ ਕਿਵੇਂ ਪੂਰਾ ਕਰਾਂ। ਲਾਈਕ ਜੋ ਮੈਨੂੰ ਉਹ ਲਿਖ ਕੇ ਗਏ ਸੀਗੇ ਉਸ ਦੇ ਉੱਤੇ ਮੈਂ ਖਰੀ ਕਿਵੇਂ ਉਤਰਾਂ। ਸੋ ਬੀਇੰਗ ਮੈਨੂੰ ਖੁਦ ਨੂੰ ਨਹੀਂ ਪਤਾ ਸੀਗਾ ਕਿ ਕਿਸਾਨ ਅੰਦੋਲਨ ਦੇ ਵਿੱਚ ਮੈਂ ਐਵੇਂ ਇਨਵੋਲਵਡ ਹੋ ਜਾਊਂਗੀ, ਇੰਨੀ ਡੀਪਲੀ ਇਨਵੋਲਵ ਹੋ ਜਾਊਂਗੀ। ਮੈਂ ਗਈ ਸੀਗੀ ਇਨਕਰੇਜ ਕਰਨ ਵਾਸਤੇ, ਬਟ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਮੈਂ ਬੰਬੇ ਛੱਡ ਦੂੰਗੀ ਔਰ ਮੈਂ ਸ਼ਿਫਟ ਹੋਊਂਗੀ ਪੰਜਾਬ ਦੇ ਵਿੱਚ, ਯੂ ਨੋ। ਮੈਂ ਕਦੀ ਨਹੀਂ ਸੋਚਿਆ ਸੀਗਾ just because of that protest ਐਂਡ ਮਤਲਬ ਮੈਂ ਇੰਨਾ ਇਨਵੋਲਵ ਹੋ ਗਈ ਕਿ ਮੈਂ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਐਂਡ ਦੈਨ ਮੈਨੂੰ ਅੰਦਰੋਂ ਚੰਗਾ ਫੀਲ ਹੁੰਦਾ ਸੀਗਾ, ਮੈਨੂੰ ਕਿਤੇ ਨਾ ਕਿਤੇ ਹੁੰਦਾ ਸੀਗਾ ਕਿ ਮੇਰੇ ਫਾਦਰ ਜਿੱਥੇ ਵੀ ਹੋਣਗੇ ਉਹਨਾਂ ਨੂੰ ਚੰਗਾ ਫੀਲ ਹੋ ਰਿਹਾ ਹੋਊਗਾ ਕਿ ਲਾਈਕ ਉਹਨਾਂ ਦੀ ਬੇਟੀ ਕੁਝ ਚੰਗਾ ਕਰ ਰਹੀ ਹੈ। He must be proud of you. Yeah, and ਮੇਰੇ ਮੰਮਾ ਨੂੰ ਵੀ ਚੰਗਾ ਫੀਲ ਹੁੰਦਾ ਸੀਗਾ ਕਿ ਲਾਈਕ ਤੂੰ ਕੁਝ ਚੰਗਾ ਕਰ ਰਹੀ ਆ, ਯੂ ਨੋ। ਕਿ ਉਹਨਾਂ ਦੀ ਲਾਈਫ ਦੇ ਵਿੱਚ ਜੇ ਉਹਨਾਂ ਨੇ ਜਿਹੜੇ ਕੁਝ ਮੈਨੂੰ ਪ੍ਰਿੰਸੀਪਲ ਵੈਲਿਊਜ਼ ਦਿੱਤੀਆਂ ਸੀਗੀਆਂ ਉਹ ਥੋੜੀਆਂ ਕੰਮ ਆ ਰਹੀਆਂ ਅੱਜ, ਨਹੀਂ ਤੇ ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਸੀਗਾ ਕਿ ਐਕਟਰ, ਉਹਨਾਂ ਨੇ ਕਦੀ ਨਹੀਂ ਸੋਚਿਆ ਸੀਗਾ ਕਿ ਮੈਂ ਐਕਟਿੰਗ 'ਚ ਜਾਵਾਂ, ਔਰ ਉਹ ਕਦੀ ਚਾਹੁੰਦੇ ਵੀ ਨਹੀਂ ਸੀਗੇ ਕਿ ਲਾਈਕ ਮੈਂ ਐਕਟਿੰਗ 'ਚ ਜਾਵਾਂ, ਬਿਕਾਜ਼ ਮੈਂ ਇੱਕ ਬਹੁਤ
ਕੰਜ਼ਰਵੇਟਿਵ ਫੈਮਿਲੀ ਨੂੰ ਵੀ ਬਿਲੋਂਗ ਕਰਦੀ ਹਾਂ ਔਰ ਜੱਟਾਂ ਦੀਆਂ ਕੁੜੀਆਂ ਆਈ ਬਿਲੀਵ ਸੋ ਕਿ I agree. ਉਹ ਨਹੀਂ ਅਲਾਉ ਨਹੀਂ ਕਰਦੇ ਹਨਾ ਜੀ। ਮੇਰੇ ਜਦੋਂ ਮੈਂ ਐਕਟਿੰਗ ਚ ਗਈ ਸੀਗੀ ਉਦੋਂ ਮੇਰੇ ਘਰ ਦੇ ਸਾਰੇ ਖਿਲਾਫ ਸੀਗੇ ਐਂਡ ਨੋਬਡੀ ਵਾਂਟਸ ਟੂ ਟਾਕ ਟੂ ਮੀ ਔਰ ਇਵਨ ਦੋ ਬਟ ਮੇਰੇ ਮਮਾ ਪਾਪਾ ਬਹੁਤ ਪ੍ਰੈਕਟੀਕਲ ਸੀਗੇ ਬੀਇੰਗ ਅ ਕਾਮਰੇਡਸ ਵਾਈਫ ਆਲਸੋ ਸੋ ਇਸ ਖੁੱਲੇ ਵਿਚਾਰਾਂ ਦੇ ਸੀਗੇ ਔਰ ਮਮਾ ਮੈਨੂੰ ਕਹਿੰਦੇ ਸੀ ਜੋ ਤੇਰਾ ਜੀ ਕਰਦਾ ਕਰ ਬਟ ਬੈਕ ਆਫ ਦ ਮਾਈਂਡ ਕਦੀ ਨਾ ਭੁੱਲੀ ਕਿ ਤੂੰ ਜੋ ਕਰਨਾ ਕਰ ਬਟ ਤੈਨੂੰ ਆਪਣੇ ਡੈਡ ਦੇ ਆ ਅਸੂਲਾਂ ਦੇ ਉੱਤੇ ਚੱਲਣਾ ਪਊਗਾ ਸੋ ਮੇਰੇ ਮਾਮ ਨੇ ਮੈਨੂੰ ਹਮੇਸ਼ਾ ਮੁੰਡਿਆਂ ਵਾਂਗੂ ਪਾਲਿਆ ਆ ਟਰੀਟ ਕੀਤਾ ਔਰ ਵਿਸ਼ਵਾਸ ਕੀਤਾ ਕਿ ਮੈਂ ਕਿਤੇ ਵੀ ਜਾਵਾਂ ਬਟ ਮੈਂ ਉਹਨਾਂ ਦਾ ਵਿਸ਼ਵਾਸ ਨਾ ਤੋੜਾਂ ਜੀ ਹੀ ਆਲਵੇਜ਼ ਸੇ ਕਿ ਕਦੀ ਡਰਿੰਕ ਨਾ ਕਰੀ ਸਮੋਕ ਨਾ ਕਰੀ ਸੋ ਆਈ ਐਮ ਆਲਵੇਜ਼ ਅਵੇ ਫਰਮ ਡਰੱਗਸ ਮੈਨੂੰ ਇਹ ਲੱਗਦਾ ਮੈਨੂੰ ਰਿਸਪੈਕਟ ਕਰਨੀ ਚਾਹੀਦੀ ਮੰਮਾ ਦੀ ਲਾਈਕ ਉਹ ਮੈਨੂੰ ਕੁਛ ਨਹੀਂ ਕਹਿੰਦੇ ਵਿਚਾਰੇ ਜਿੱਥੇ ਮੈਂ ਜਾਣ ਜੋ ਮੈਂ ਚਾਹੁੰਦੀ ਹਾਂ ਮੈਂ ਕਰਦੀ ਹਾਂ ਬਟ some limitations in my life that I need to follow. I need to follow. ਕਾਫੀ ਆਰੋਪ ਵੀ ਲੱਗੇ ਉਸ ਦੌਰਾਨ ਕਿਸਾਨਾਂ ਦੇ ਵਿੱਚ ਕਿ ਇਟ ਇਜ਼ ਜਸਟ ਬਿਕੋਜ਼ ਆਫ ਫੇਮ ਐਂਡ ਪਪੂਲੈਰਿਟੀ ਯੂ ਆਰ ਇਨਟੂ ਕਿਸਾਨ ਅੰਦੋਲਨ ਜਾਂ ਫਿਰ ਬਾਅਦ ਚ ਲੋਕਾਂ ਨੇ ਕਿਹਾ ਵੀ ਰਾਜਨੀਤਿਕ ਫਾਇਦੇ ਲਈ ਰਾਜਨੀਤੀ ਵਿੱਚ ਐਂਟਰ ਹੋਣ ਲਈ ਸੋ ਦਿਸ ਇਜ਼ ਦ ਰਾਈਟ ਪਲੇਟਫਾਰਮ ਟੂ ਟਾਕ ਅਬਾਊਟ ਇਟ ਮੈਨੂੰ ਲੱਗਦਾ ਹੈ ਕਿ ਫੇਮ ਤੇ ਪਬਲਿਸਿਟੀ ਸਭ ਤੋਂ ਜ਼ਿਆਦਾ ਫਿਲਮ ਇੰਡਸਟਰੀ 'ਚ ਹੁੰਦੀ ਆ ਜੀ ਔਰ ਸਭ ਤੋਂ ਜ਼ਿਆਦਾ ਆਈ ਥਿੰਕ ਈਜ਼ੀ ਲਾਈਫ ਤੁਸੀਂ ਜਿਮ ਜਾਓ ਆਪਣੀ ਚੰਗੀ ਡਾਈਟ ਕਰੋ ਆਪਣੀ ਸਕਿਨ ਨੂੰ ਮੇਨਟੇਨ ਕਰੋ ਫਿਟ ਰਹੋ ਔਰ ਫਿਲਮਾਂ 'ਚ ਕਰੋ ਔਰ ਜਦੋਂ ਮੇਰਾ ਪੀਕ ਸੀਗਾ ਮੈਂ 3 ਫਿਲਮਾਂ ਹਿਮੇਸ਼ ਸ਼ਮਿਆ ਨਾਲ ਸਾਈਨ ਕੀਤੀਆਂ ਉਹਨਾਂ ਨੂੰ ਪੁੱਛ ਸਕਦੇ ਹੋ ਪੂਜਾ ਫਿਲਮ ਦੇ ਨਾਲ ਮੇਰੀ ਇੱਕ ਫਿਲਮ ਰਿਲੀਜ਼ ਹੋ ਗਈ 2 ਹੋਰ ਸੀਗੀਆਂ ਰਾਈਟ ਮੇਰੀ ਸੈਲੇਜ ਸਿੰਘ ਜਿਨ੍ਹਾਂ ਨੇ ਕੰਗਨਾ ਦੀਆਂ ਹੁਣ ਫਿਲਮ ਆਈ ਸੀਗੀ ਇੱਕ ਪੋਲਿਟਿਕਸ ਦੇ ਉੱਤੇ ਜਿਹੜੀ ਹੈ ਉਹਨਾਂ ਦੇ ਨਾਲ ਮੈਂ ਤੈਨੂੰ ਫਿਰ ਮਿਲਾਂਗੀ ਅੰਮ੍ਰਿਤਾ ਪ੍ਰੀਤਮ ਦੇ ਉੱਤੇ ਇੱਕ ਫਿਲਮ ਅਨਾਉਂਸ ਸੀਗੀ ਟਵਿੱਟਰ ਤੇ ਉਹਨਾਂ ਨੇ ਟਵੀਟ ਵੀ ਕੀਤਾ ਸੋ ਮੇਰਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀਗਾ ਮੈਨੂੰ ਇਹ ਦੱਸੋ 13 ਇਅਰਸ ਆਫ ਮਾਈ ਲਾਈਫ 13 ਸਾਲ ਮੈਂ ਆਪਣੇ ਕਰੀਅਰ ਦੇ ਦਿੱਤੇ ਫਿਲਮ ਇੰਡਸਟਰੀ ਨੂੰ ਮੈਂ ਬੰਬੇ ਰਹੀ ਤੁਸੀਂ ਸੋਚੋ ਮੈਂ ਕਿੰਨਾ ਰੈਂਟ ਦਿੱਤਾ ਹੋਊਗਾ ਕਿੰਨਾ ਖਰਚਾ ਕੀਤਾ ਹੋਊਗਾ ਆਪਣੇ ਉੱਤੇ ਮੈਂ ਉਹ ਸਾਰਾ ਛੱਡਤਾ just to fulfill my father's dream that is my emotion ਉਹ ਮੇਰਾ ਇਮੋਸ਼ਨਲ ਕਨੈਕਟ ਆ ਮੇਰੇ ਡੈਡ ਦੇ ਨਾਲ ਕਿਉਂਕਿ ਮੈਂ ਉਹਨਾਂ ਨੂੰ ਕਦੀ ਨਹੀਂ ਦੇਖਿਆ ਜੀ ਰਾਈਟ ਉਹ ਕੋਈ ਨਹੀਂ ਅੰਡਰਸਟੈਂਡ ਕਰ ਸਕਦਾ ਉਹ ਉਹੀ ਅੰਡਰਸਟੈਂਡ ਕਰ ਸਕਦਾ ਮੇਰੇ ਮਮ ਅੰਡਰਸਟੈਂਡ ਕਰ ਸਕਦੇ ਜਾਂ ਮੇਰੇ ਫਾਦਰ ਦੇ ਫਰੈਂਡ ਅੰਡਰਸਟੈਂਡ ਕਰ ਸਕਦੇ ਜੇ ਮੈਂ ਪੋਲਿਟਿਕਸ 'ਚ ਜਾਣਾ ਹੁੰਦਾ ਨਾ ਰਾਜਸਥਾਨੀ ਹਲਕੇ ਤੋਂ ਮੇਰੇ ਫਾਦਰ ਇਲੈਕਸ਼ਨ ਲੜਦੇ ਸੀਗੇ ਜੀ ਠੀਕ ਹੈ ਉੱਥੋਂ ਮੈਂ 5 ਸਾਲ ਤਿਆਰੀ ਕਰਦੀ ਤੇ ਮੈਂ ਉੱਥੋਂ ਇਲੈਕਸ਼ਨ ਲੜ ਲੈਂਦੀ ਈਜ਼ੀਲੀ ਉਹ ਈਜ਼ੀ ਹੈ ਪਿੰਡਾਂ 'ਚ ਜਾਣਾ ਕਿਉਂਕਿ ਮੇਰੇ ਫਾਦਰ ਦੀ ਇੱਕ ਓਨੈਸਟ ਇਮੇਜ ਹੈਗੀ ਉਸ ਪਿੰਡ ਦੇ ਵਿੱਚ ਉਹ ਪਿੰਡਾਂ 'ਚ ਉੱਥੇ ਮੇਰੇ ਫਾਦਰ ਦਾ ਗੇਟ ਲੱਗਾ ਹੋਇਆ ਆ ਸਾਰੇ ਇਹੀ ਸੋਚਦੇ ਆ ਸਾਰਿਆਂ ਨੂੰ ਇਹੀ ਪਤਾ ਹੀ ਇਜ਼ ਵਨ ਆਫ ਓਨੈਸਟ ਲੀਡਰ ਤੇ ਮੈਂ ਕੰਮ ਕਰਦੀ ਲੋਕਾਂ ਦੇ ਤੇ ਮੈਂ ਇਲੈਕਸ਼ਨ ਲੜ ਲੈਂਦੀ ਜਾ ਕੇ ਮੈਂ ਐਰਕੀ ਇਲੈਕਸ਼ਨ ਕਿਉਂ ਨਹੀਂ ਲੜੀ ਮੈਨੂੰ ਇਹ ਦੱਸੋ ਜੀ ਐਰਕੀ ਵੀ ਰਾਜਸਥਾਨੀ ਹਲਕੇ ਤੋਂ ਮੈਂ ਰੈਲੀ ਕੀਤੀ ਸੀਗੀ ਉੱਥੇ 35-40 ਹਜ਼ਾਰ ਦਾ ਇਕੱਠ ਹੋਇਆ ਸੀਗਾ ਜਦੋਂ ਮੇਰਾ ਇਹਨਾਂ ਨੇ ਇੰਨਾ ਵਿਰੋਧ ਕੀਤਾ ਉਹਦੇ ਬਾਵਜੂਦ ਵੀ ਰਾਈਟ ਉੱਥੋਂ ਮੈਨੂੰ ਟਿਕਟ ਆਫਰ ਸੀਗੀ ਆਮ ਆਦਮੀ ਪਾਰਟੀ ਦੀ ਮੈਂ ਤੁਹਾਨੂੰ ਦੱਸਿਆ ਕੁਲਦੀਪ ਧਾਲੀਵਾਲ ਅੰਕਲ ਮੇਰੇ ਪਾਪਾ ਦੇ ਫਰੈਂਡ ਆ ਉਹ ਇਸ ਟਾਈਮ ਪੰਚਾਇਤੀ ਮਿਨਿਸਟਰ ਅੱਜ ਵੀ ਮੈਂ ਚਾਹਾਂ ਤੇ ਜੁਆਇਨ ਕਰ ਸਕਦੀ ਹਾਂ ਰਾਈਟ ਮੈਨੂੰ ਮੋਹਾਲੀ ਤੋਂ ਟਿਕਟ ਆਫਰ ਸੀਗੀ ਕਿਉਂ ਨਹੀਂ ਕੀਤੀ ਮੈਂ ਪੋਲਿਟਿਕਸ ਜੁਆਇਨ ਜੇ ਮੈਂ ਔਰ ਨਾਲੇ ਮੈਂ ਕਿਸੇ ਤੋਂ ਪੁੱਛ ਕੇ ਨਹੀਂ ਕਰਨੀ ਜਦੋਂ ਮੇਰਾ ਮਨ ਹੋਇਆ ਉਦੋਂ ਮੈਂ ਕਰੂੰਗੀ ਜੀ ਜਦੋਂ ਮੇਰਾ ਦਿਲ ਕੀਤਾ ਇਲੈਕਸ਼ਨ ਲੜਨ ਦਾ ਉਦੋਂ ਮੈਂ ਲੜੂੰਗੀ ਪਰ ਉਦੋਂ ਉਹ ਮੋਟਿਵ ਨਹੀਂ ਸੀਗਾ ਠੀਕ ਆ ਉਦੋਂ ਮੇਰਾ ਉਹ ਮੋਟਿਵ ਨਹੀਂ ਸੀਗਾ ਮੈਨੂੰ ਲੱਗਦਾ ਜਦੋਂ ਮੈਨੂੰ ਲੱਗੂਗਾ ਕਿ ਲੜਨੀ ਚਾਹੀਦੀ ਉਹ ਤਾਂ ਮੈਂ ਲੜ ਲੂੰਗੀ ਜੀ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੇ ਮੈਂ ਕਰੀਅਰ 'ਚ ਮੈਂ ਕਿਸਾਨ ਅੰਦੋਲਨ 'ਚ ਕਿਸੇ ਤੋਂ ਪੁੱਛ ਕੇ ਨਹੀਂ ਆਈ ਸੀਗੀ ਹਾਂਜੀ ਮੈਂ ਫਿਲਮ ਇੰਡਸਟਰੀ 'ਚ ਕਿਸੇ ਨੂੰ ਪੁੱਛ ਕੇ ਨਹੀਂ ਗਈ ਸੀਗੀ ਜੋ ਮੇਰਾ ਦਿਲ ਕੀਤਾ ਜੋ ਮੇਰਾ ਮਨ ਕੀਤਾ ਜਿੱਥੇ ਪਰਮਾਤਮਾ ਨੇ ਰੋਜ਼ੀ ਰੋਟੀ ਲਿਖੀ ਹੈ ਨਾ ਜਿੰਨੇ ਟਾਈਮ ਦੀ ਜਿੱਥੇ ਲਿਖੀ ਹੈ ਉਹ ਅਕਾਲ ਪੁਰਖ ਸਭ ਲਿਖਣ ਵਾਲਾ ਹੈ ਉਹਨੇ ਜੋ ਇਸ ਮੱਥੇ ਦੀਆਂ ਲਕੀਰਾਂ 'ਚ ਲਿਖਤਾ ਹੈ ਨਾ ਪਹਿਲੋਂ ਉਹ ਲਿਖਤਾ ਹੈ ਜੇ ਉਹਨਾਂ ਨੇ ਲਿਖਿਆ ਹੋਇਆ ਕਿ ਸੋਨੀਆ ਨੇ ਇਲੈਕਸ਼ਨ ਲੜਨੀ ਹੈ ਤੇ ਉਹਨਾਂ ਨੇ ਲਿਖਿਆ ਹੋਊਗਾ ਜੇ ਨਹੀਂ ਸੀਗਾ 22 ਦੇ ਵਿੱਚ ਤੇ ਮੈਂ ਨਹੀਂ ਲੜੀ ਮੈਂ ਜਾ ਕੇ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਉਹ ਲਿਖਿਆ ਹੋਊਗਾ ਤੇ ਮੈਂ ਗਈ ਦੈਟਸ ਇਟ ਜਿਵੇਂ ਤੁਸੀਂ ਕਿਹਾ ਪੋਲੀਟੀਕਲ ਪਾਰਟੀ ਨੂੰ ਸਪੋਰਟ ਕਰਨ ਦੀ ਗੱਲ ਸਿਮਰਨਜੀਤ ਸਿੰਘ ਮਾਨ ਹੀ ਕਿਉਂ ਹੋਰ ਵੀ ਪੰਥਕ ਪਾਰਟੀ ਸੀਗੀ ਕੀ ਵਜ੍ਹਾ ਰਹੀ ਵਜ੍ਹਾ ਇਹ ਰਹੀ ਕਿਉਂਕਿ ਜਦੋਂ ਮੈਂ ਕਿਸਾਨ ਅੰਦੋਲਨ ਦੇ ਵਿੱਚ ਸੀਗੀ ਮੈਨੂੰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਟ੍ਰੋਲ ਕੀਤਾ ਕਾਮਰੇਡ ਵਰਸਸ ਸਿੱਖ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਵੀ ਲੋਕਾਂ ਨੇ ਖਾਲਿਸਤਾਨ ਦੇ ਸਾਰੇ ਮੁੱਦੇ ਚੱਕੇ ਬਹੁਤ ਕੁਝ ਕੀਤਾ ਰਾਈਟ ਉਦੋਂ
ਔਰ ਮੈਨੂੰ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ, ਠੀਕ ਆ। ਕੁਛ ਗਰੁੱਪ ਸੀਗੇ ਬਾਹਰ ਦੇ ਜਿਹੜੀ ਗਾਲਾਂ ਕੱਢਦੇ ਸੀਗੇ, ਇੰਨੀ ਭੱਦੀ ਲੈਂਗੁਏਜ ਯੂਜ਼ ਕਰਦੇ ਸੀਗੇ। ਮੈਨੂੰ ਲੱਗਦਾ ਕਿਤੇ ਉਹ ਗੁਰੂ ਸਾਹਿਬ ਤੇ ਸਾਨੂੰ ਸਿਖਾਉਂਦੇ ਨਹੀਂ, ਮੈਨੂੰ ਲੱਗਦਾ ਕੁਛ ਏਜੰਸੀਆਂ ਇਨਵੋਲਵ ਹੁੰਦੀਆਂ ਆ ਉਸ ਚੀਜ਼ ਦੇ ਵਿੱਚ। ਸੋ ਵਟਐਵਰ ਆਈ ਫੇਸਡ, ਮੈਂ ਉਸ ਦੌਰਾਨ ਫੇਸ ਕੀਤਾ ਬਹੁਤ ਕੁਛ। ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਂਗ ਕੋਈ ਵੀ ਧੀ, ਕੋਈ ਵੀ ਪੁੱਤ ਪਿਓ ਤੋਂ ਬਗੈਰ ਕਦੀ ਵੀ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਵੇ ਕਿਸੇ ਨੂੰ ਵੀ। ਸੋ ਮੈਂ ਇਹ ਕਾਮਰੇਡ ਵਰਸਸ ਸਿੱਖ ਨੂੰ ਖਤਮ ਕਰਨਾ ਚਾਹੁੰਦੀ ਹਾਂ, ਠੀਕ ਹੈ। ਮੈਂ ਦੈਟਸ ਵਾਈ ਸਿਮਰਨਜੀਤ ਸਿੰਘ ਮਾਨ ਨੂੰ ਮੈਂ ਮਿਲੀ ਸਭ ਤੋਂ ਪਹਿਲਾਂ। ਉਹਨਾਂ ਨਾਲ ਮਿਲ ਕੇ ਮੇਰੀ ਜਿਹੜੀ ਕਨਵਰਸੇਸ਼ਨ ਹੋਈ, ਮੈਂ ਉਹਨਾਂ ਨੂੰ ਸਮਝਿਆ, ਮੈਂ ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੇ ਨਕਸਲਵਾਦੀਆਂ ਦੀ ਜਾਨ ਵੀ ਬਚਾਈ ਸੀਗੀ। ਐਂਡ ਉਹਨਾਂ ਨੇ ਕਿਹਾ ਕਿ ਮੈਂ ਕਦੀ ਕਾਮਰੇਡਾਂ ਦੇ ਖਿਲਾਫ ਨਹੀਂ ਹਾਂ, ਮੈਂ ਸਰਕਾਰ ਦੇ ਖਿਲਾਫ ਹਾਂ, ਸਾਡਾ ਮੁੱਦਾ ਅਲੱਗ ਹੈ ਜੀ। ਫਿਰ ਮੈਨੂੰ ਇਹ ਗੱਲ ਨਹੀਂ ਸਮਝ ਲੱਗਦੀ ਵੀ ਜੇ ਉਹ ਕਾਮਰੇਡਾਂ ਦੇ ਖਿਲਾਫ ਨਹੀਂ ਗਏ, ਕਾਮਰੇਡ ਉਹਨਾਂ ਦੇ ਖਿਲਾਫ ਨਹੀਂ ਗਏ, ਤੇ ਫਿਰ ਕਾਮਰੇਡ ਵਰਸਸ ਸਿੱਖ ਬਣਾਇਆ ਕਿੰਨੇ? ਸਰਕਾਰ ਦੀਆਂ ਏਜੰਸੀਆਂ ਨੇ ਆਪਸ ਚ ਲੜਾਉਣ ਵਾਸਤੇ ਜੀ। ਕਿਉਂਕਿ ਰਿਲੀਜਨ ਤੇ ਵਿਚਾਰਧਾਰਾ ਡਿਫਰੈਂਟ ਚੀਜ਼ਾਂ ਨੇ। ਰਿਲੀਜਨ ਸਿੱਖੀਜ਼ਮ ਆ ਜੀ। ਸਾਡੇ ਸਾਰੇ ਕਾਮਰੇਡ ਗੁਰਦੁਆਰਾ ਸਾਹਿਬ ਜਾਂਦੇ ਆ, ਸਾਰਿਆਂ ਦੇ ਵਿਆਹ ਗੁਰਦੁਆਰਾ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਫੇਰੇ ਲੈ ਕੇ ਹੀ ਹੁੰਦੇ ਆ, ਰਾਈਟ ਜੀ। ਤੇ ਫਿਰ ਤੁਸੀਂ ਕਾਮਰੇਡ ਵਰਸਸ ਸਿੱਖ ਕਿਵੇਂ ਕਰ ਰਹੇ ਹੋ ਬਾਈ? ਵਿਚਾਰਧਾਰਾ ਤੇ ਕਿਸੇ ਦੀ ਕੋਈ ਵੀ ਹੋ ਸਕਦੀ। ਅੱਜ ਮੇਰੀ ਵਿਚਾਰਧਾਰਾ ਗਈ ਕਿ ਮੈਂ ਐਕਟਿੰਗ 'ਚ ਜਾਣਾ ਆ, ਤੇ ਇਹਦਾ ਮਤਲਬ ਇਹ ਥੋੜਾ ਨਾ ਵੀ ਮੈਂ ਐਕਟਰੈਸ ਵਰਸਸ ਸਿੱਖ ਕਰ ਲਾਂ। ਸੋ ਵੀ ਨੀਡ ਟੂ ਅੰਡਰਸਟੈਂਡ ਆਲ ਦਿਸ। ਸੋ ਮੈਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹਨਾਂ ਨੂੰ ਦੂਰ ਕਰਨ ਵਾਸਤੇ ਗਈ ਸੀਗੀ। ਐਂਡ ਉਹ ਚੰਗੇ ਇਨਸਾਨ ਸੀਗੇ। ਸੋ ਮੈਨੂੰ ਲੱਗਾ ਕਿ ਮੇਰੇ ਜਾਣ ਦੇ ਨਾਲ, ਮੇਰੀਆਂ ਸਪੀਚਸ ਕਰਨ ਦੇ ਨਾਲ ਇਹ ਡਿਵੀਜ਼ਨਸ ਖਤਮ ਹੋ ਸਕਦੀਆਂ ਆ ਸਾਡੇ ਵਿੱਚ। ਪੰਜਾਬ ਦਾ ਭਲਾ ਹੋ ਸਕਦਾ, ਪੰਜਾਬ ਦਾ ਭਲਾ ਹੋ ਸਕਦਾ। ਪੰਜਾਬ ਦੇ ਵਿੱਚ ਆਪਸ 'ਚ ਆਪਾਂ ਨਾ ਲੜੀਏ, ਆਪਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੜੀਏ ਜੀ। ਆਪਸ 'ਚ ਲੜ ਕੇ ਕੀ ਕਰਨਾ ਹੈ? ਮੁੱਦਿਆਂ ਦੇ ਵਾਸਤੇ ਲੜਨਾ ਚਾਹੀਦਾ ਆ ਜੀ। ਦੈਟਸ ਵਾਟ ਆਈ ਥਿੰਕ। ਸਿਮਰਨਜੀਤ ਸਿੰਘ ਮਾਨ ਦੀ ਤੁਸੀਂ ਗੱਲ ਕੀਤੀ, ਉਹ ਇੱਕ ਤਲਵਾਰ ਆਪਣੇ ਕੋਲ ਹਮੇਸ਼ਾ ਰੱਖਦੇ ਆ ਪ੍ਰਚਾਰ ਸਮੇਂ, ਤੇ ਉਸ ਤੋਂ ਬਾਅਦ ਦੀਪ ਸਿੱਧੂ ਜੀ ਨੇ ਵੀ ਕਾਫੀ ਉਸ ਤਲਵਾਰ ਨਾਲ ਪ੍ਰਚਾਰ ਕੀਤਾ। ਉਹਨਾਂ ਦੀ ਮੌਤ ਤੋਂ ਬਾਅਦ ਤੁਹਾਡੇ ਹੱਥ ਵੀ ਉਹ ਫੜੀ ਨਜ਼ਰ ਆਈ ਤਲਵਾਰ। ਉਸ ਤਲਵਾਰ ਦੇ ਮਾਇਨੇ ਕੀ ਨੇ? ਵੇਖੋ, ਤਲਵਾਰ ਗੁਰੂ ਸਾਹਿਬ ਨੇ ਫੜਾਈ ਹੈ ਸਾਡੇ ਹੱਥ ਦੇ ਵਿੱਚ, ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਬੁਰਾਈ ਦਾ ਟਾਕਰਾ ਕਰਨ ਵਾਸਤੇ, ਉਹਦੇ ਵਾਸਤੇ ਹੈ। ਜਿਹੜੇ ਵੀ ਸਾਡੀ ਜਨਤਾ ਦੇ ਉੱਤੇ, ਪੰਜਾਬ ਦੀਆਂ ਜਨਤਾ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਜਿਹੜੇ ਮੁੱਦੇ ਹੈ, ਮਤਲਬ ਉਹਦੇ ਹੱਕਾਂ ਵਾਸਤੇ ਲੜਨ ਵਾਸਤੇ ਉਹ ਤਲਵਾਰ ਹੈ, ਰਾਈਟ। ਤਾਂ ਹੀ ਉਹ ਨਿਹੰਗ ਸਿੰਘਾਂ ਦੇ ਕੋਲੇ ਵੀ ਹੁੰਦੀ ਹੈ, ਸਾਰਿਆਂ ਦੇ ਕੋਲੇ ਹੁੰਦੀ ਹੈ ਕਿ ਉਹ ਸਾਡੀ ਰੱਖਿਆ ਕਰਨ ਵਾਸਤੇ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਮਾਈ ਭਾਗੋ ਜੀ ਤੋਂ ਬਹੁਤ ਇਨਸਪਾਇਰਡ ਹਾਂ। ਇਸ ਕਰਕੇ ਮੈਂ ਮਾਈ ਭਾਗੋ ਜੀ ਦੇ ਨਾਮ ਦੇ ਉੱਤੇ ਇੱਕ ਚੈਰਿਟੀ ਵੀ ਰਨ ਕਰਦੀ ਹਾਂ। ਡਿਊਰਿੰਗ ਅੰਦੋਲਨ ਵੀ ਮੈਂ ਉੱਥੇ ਟੈਂਟਸ ਬਣਾਏ ਸੀਗੇ ਉਹਦੇ। ਸੋ ਮਾਈ ਭਾਗੋ ਚੈਰਿਟੀ, ਮਾਈ ਭਾਗੋ ਜੀ ਦੀ ਵਾਰਸ ਹੋਣ ਦੇ ਨਾਤੇ, ਮਾਈ ਭਾਗੋ ਜੀ ਨੇ ਵੀ ਹੱਥ 'ਚ ਤਲਵਾਰ ਫੜੀ ਸੀਗੀ। ਸੋ ਬਿਕਾਜ਼ ਆਈ ਬਿਲੋਂਗ ਟੂ ਸਿੱਖ ਜੀ। ਸੋ ਇਸ ਕਰਕੇ ਮੈਂ ਉਹ ਤਲਵਾਰ ਹੱਥ 'ਚ ਫੜੀ ਸੀਗੀ ਜੀ। ਉਹਦੇ ਵਿੱਚ ਮੇਰਾ ਕਿਸੇ ਪਾਰਟੀ ਨੂੰ ਵਿਰੋਧ ਨਹੀਂ ਹੈ, ਮੇਰਾ ਵਿਰੋਧ ਹੈ ਜੁਰਮ ਕਰਨ ਵਾਲਿਆਂ ਦੇ ਉੱਤੇ, ਕਰਪਸ਼ਨ ਦੇ ਅਗੇਂਸਟ, ਮੁੱਦਿਆਂ ਦੇ ਅਗੇਂਸਟ। ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਲੜਾਈ ਦੇ ਵਿੱਚ ਮੈਂ ਅੱਗੇ ਰਹੂੰਗੀ ਜੀ। ਕਾਫੀ ਹੱਦ ਤੱਕ ਇਹ ਸਕਸੈਸਫੁਲ ਵੀ ਰਿਹਾ। ਯਾ ਯੂ ਕੈਨ ਸੇ ਸੋ। ਰਾਕੇਸ਼ ਟਕੈਤ ਜੀ ਕਾਫੀ ਸਰਗਰਮ ਰਹੇ ਤੇ ਡਰਾਈਵਿੰਗ ਫੋਰਸ ਰਹੇ ਕਿਸਾਨੀ ਅੰਦੋਲਨ ਦੇ ਵਿੱਚ, ਇਹਦੇ 'ਚ ਕਿੰਨੀ ਕੀ ਸੱਚਾਈ ਹੈ? ਵੇਖੋ, ਉਹਨਾਂ ਨੇ ਯੂਪੀ ਦੇ ਵਿੱਚ ਤੇ ਕਾਫੀ ਯੋਗਦਾਨ ਪਾਇਆ ਹੈ ਰਾਕੇਸ਼ ਜੀ ਨੇ, ਔਰ ਯੂਪੀ ਦੇ ਵਿੱਚ ਕਿਸਾਨਾਂ ਦੇ ਨਾਲ ਬੈਠੇ ਰਹੇ ਨੇ। ਔਰ ਉਦੋਂ ਜਦੋਂ ਅੰਦੋਲਨ ਚੁੱਕਿਆ ਜਾ ਰਿਹਾ ਸੀਗਾ, ਉਦੋਂ ਉਹਨਾਂ ਦੇ ਅਥਰੂਆਂ ਨੇ ਹੀ ਯੂਪੀ ਦੀ ਜਿਹੜਾ ਬਾਰਡਰ, ਗਾਜ਼ੀਪੁਰ ਬਾਰਡਰ, ਬਾਕੀ ਸਾਡੇ ਲੋਕ, ਲੀਡਰ ਉਦੋਂ ਹੁੰਦਾ ਹੈ ਜਦੋਂ ਲੋਕ ਨਾਲ ਹੁੰਦੇ ਨੇ। ਲੋਕ ਸਾਡੀ ਜਨਤਾ ਬਣਾਉਂਦੀ ਹੈ ਲੀਡਰ। ਦੈਟਸ ਵਾਟ ਆਈ ਵਾਂਟ ਟੂ ਸੇ। ਕਰੰਟ ਪੋਲਿਟਿਕਸ ਹੈ ਜੀ, ਆਮ ਆਦਮੀ ਪਾਰਟੀ ਆਈ, ਭਗਵੰਤ ਮਾਨ ਦੀ ਸਰਕਾਰ ਆਈ, ਬਦਲਾਵ ਦੀ ਉਮੀਦ ਤੋਂ ਕਿੰਨੀ ਕੀ ਉਮੀਦਾਂ ਨੇ ਬਦਲਾਵ ਦੀ? ਵੇਖੋ, ਆਮ ਆਦਮੀ ਪਾਰਟੀ ਨੂੰ ਮੈਨੂੰ ਕੁਝ ਮੁੱਦੇ ਤੇ ਬਹੁਤ ਵਧੀਆ ਲੱਗਦੇ ਇਹਨਾਂ ਦੇ। ਲਾਈਕ ਜਿਵੇਂ ਹੁਣ ਇਹਨਾਂ ਨੇ ਸ਼ਾਮਲਾਟ ਜ਼ਮੀਨ ਜੀ ਜਿਹੜੀ ਕਰਵਾਏ, ਕਬਜ਼ੇ ਤੋਂ ਛੁਡਵਾਉਂਦੇ ਪਏ ਗਵਰਨਮੈਂਟ ਤੋਂ, ਦੈਟ ਇਜ਼ ਅ ਰੀਅਲੀ ਗੁੱਡ ਸਟੈਪ।
ਮੈਂ ਕੱਲੀ ਨਹੀਂ ਕਰ ਸਕਦੀ ਸੀਗੀ, ਬਟ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਕਿ ਤੁਸੀਂ ਸ਼ਾਮ ਲਾਟ ਜ਼ਮੀਨਾਂ ਛੁਡਵਾਉਂਦੇ ਪਏ, ਉਹ ਛੱਡਣੀਆਂ ਚਾਹੀਦੀਆਂ ਨੇ, ਉਹ ਕਿਸੇ ਦੀ ਮਲਕੀਅਤ ਨਹੀਂ ਗੀ ਜੀ। ਉਹ ਸ਼ਾਮਲਾਟ ਜ਼ਮੀਨ ਜਿਹੜੀ ਹੈ, ਪੰਚਾਇਤੀ ਜ਼ਮੀਨ, ਸ਼ਾਮਲਾਟ ਜ਼ਮੀਨ, ਉਹ ਲੋਕਾਂ ਦੇ ਭਲੇ ਵਾਸਤੇ ਕੰਮ ਆਉਣੀ ਚਾਹੀਦੀ ਹੈ, ਨਾ ਕਿ ਕਿਸੇ ਦੇ ਪਰਸਨਲ ਯੂਜ਼ ਵਾਸਤੇ ਹੋਣੀ ਚਾਹੀਦੀ ਹੈ। ਦੈਟ ਇਜ਼ ਅ ਗੁੱਡ ਸਟੈਪ। ਬਟ ਇੱਕ ਚੀਜ਼ ਮੈਨੂੰ ਠੀਕ ਨਹੀਂ ਲੱਗੀ, ਉਹ ਇਹ ਵੀ ਬਿਜਲੀ ਜਿਹੜੀ ਮੁਫਤ ਕੀਤੀ ਹੈ, ਮੁਫਤ ਨਹੀਂ ਕਰਨੀ ਚਾਹੀਦੀ ਸੀਗੀ, ਕਦੀ ਵੀ ਮੁਫਤ ਚੀਜ਼ ਨਹੀਂ ਕਰਨੀ ਚਾਹੀਦੀ, ਔਰ ਖਾਸ ਕਰਕੇ ਕਾਸਟਿਜ਼ਮ ਦੇ ਵਿੱਚ ਨਹੀਂ ਕਰਨਾ ਚਾਹੀਦਾ ਕਿ ਲਾਈਕ ਤੁਸੀਂ ਐਸਸੀ ਭਾਈਚਾਰੇ ਨੂੰ ਤੁਸੀਂ ਬਿਜਲੀ ਫ੍ਰੀ ਦੇ ਰਹੇ ਹੋ, ਤੁਸੀਂ ਜੱਟਾਂ ਨੂੰ ਨਹੀਂ ਦੇ ਰਹੇ। ਮੈਨੂੰ ਇਹ ਦੱਸੋ, ਪੰਜਾਬ ਦੇ ਵਿੱਚ ਸਾਰੇ ਜੱਟ ਅਮੀਰ ਨਹੀਂ ਗੇ, ਬਿਲਕੁਲ ਕਈ ਜੱਟ 2 ਏਕੜ ਵਾਲੇ ਵੀ ਨੇ, 1 ਏਕੜ ਵਾਲੇ ਵੀ ਨੇ, ਜਿਹੜੇ ਆਪਣੇ ਬੱਚਿਆਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਦੇ ਨਾਲ ਕਰਦੇ ਨੇ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਮੁਹਾਲੀ ਦੇ ਐਮਐਲਏ ਨੂੰ ਲੈ ਲਓ, ਉਹ ਐਸੀ ਨੇ, ਉਹਨਾਂ ਦੀ ਬਿਜਲੀ ਮੁਫਤ, ਤੇ 2 ਕਿੱਲੇ ਵਾਲੇ ਜੱਟ ਦੀ ਨੂੰ ਬਿੱਲ ਭਰਨਾ ਪੈ ਰਿਹਾ। ਆ ਡਿਸਟਿੰਕਸ਼ਨ ਨਹੀਂ ਹੋਣਾ ਚਾਹੀਦਾ, ਅਨਾਉਂਸਮੈਂਟਸ ਨਹੀਂ ਹੋਣਾ ਚਾਹੀਦਾ। ਆਪਾਂ ਨੂੰ ਕਦੀ ਵੀ ਲੋਕਾਂ ਨੂੰ ਧਰਮਾਂ ਜਾਤਾਂ ਦੇ ਵਿੱਚ ਨਹੀਂ ਵੰਡਣਾ ਚਾਹੀਦਾ, ਇਕੁਐਲਿਟੀ ਹੋਣੀ ਚਾਹੀਦੀ ਹੈ। ਜੇ ਕੁਝ ਕਰ ਰਹੇ ਆ ਸਾਰਿਆਂ ਵਾਸਤੇ ਇਕੁਅਲ ਕਰੋ, ਭੇਦ ਭਾਵ ਨਾ ਕਰੋ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਨੇ ਜਿਹੜੇ ਕਿ ਬਹੁਤ ਇੰਟੈਲੀਜੈਂਟ ਹੁੰਦੇ ਨੇ, ਐਗਜ਼ਾਮ ਕਲੀਅਰ ਨਹੀਂ ਕਰ ਸਕਦੇ ਬਿਕਾਜ਼ ਉੱਥੇ ਐਸਸੀ ਸੀਟਾਂ ਵੀ ਹੁੰਦੀਆਂ, BC ਸੀਟਾਂ ਵੀ ਹੁੰਦੀਆਂ ਨੇ। ਮੈਂ ਕਿਸੇ ਦੇ ਖਿਲਾਫ ਨਹੀਂ ਆ, ਮੈਂ ਚਾਹੁੰਦੀ ਆ ਇਕੁਐਲਿਟੀ, ਰਿਜ਼ਰਵੇਸ਼ਨ ਨਹੀਂ ਹੋਣਾ ਚਾਹੀਦਾ। ਰਿਜ਼ਰਵੇਸ਼ਨ ਮੈਂ ਚਾਹੁੰਦੀ ਆ ਸਾਰਿਆਂ ਨੂੰ ਇਕੁਅਲ, ਮੈਰਿਟ ਦੇ ਅਕੋਰਡਿੰਗਲੀ ਕੰਮ ਮਿਲੇ ਜੀ। ਜੇ ਕੋਈ ਇੰਟੈਲੀਜੈਂਟ ਹੈ, ਉਹਦੇ ਅਕੋਰਡਿੰਗਲੀ, ਉਹਦੀ ਪਰਸੈਂਟੇਜ ਦੇ ਅਕੋਰਡਿੰਗਲੀ ਉਹਨੂੰ ਜੌਬ ਮਿਲੇ। ਸੋਸ਼ੀਓ ਇਕਨੋਮਿਕ ਸਟੇਟਸ ਵੀ ਨਾ ਦੇਖਾ ਜਾਏ, ਕੌਣ ਅਮੀਰ ਹੈ ਕੌਣ ਗਰੀਬ ਹੈ, ਨਹੀਂ ਦੇਖਣਾ ਚਾਹੀਦਾ, ਸਾਰਿਆਂ ਨੂੰ ਇਕੁਅਲੀ ਟਰੀਟ ਕਰਨਾ ਚਾਹੀਦਾ ਆ। ਔਰ ਦੈਟਸ ਵਾਟ ਆਈ ਥਿੰਕ, ਐਂਡ ਆਈ ਥਿੰਕ ਸੋ ਦੈਟ ਇਜ਼ ਅ ਕਮਿਊਨਿਜ਼ਮ। ਜੀ। that's what that's in my genes, so I really want ਕਿ ਇਹ ਕਰਨਾ ਚਾਹੀਦਾ। ਇਹ ਮੈਂ ਆਪਣੀ ਸਟੇਟਮੈਂਟ ਰੱਖੀ ਵੀ ਸੀਗੀ। ਆਮ ਆਦਮੀ ਪਾਰਟੀ ਦੇ ਬਹੁਤ ਚੰਗੇ ਲੀਡਰ ਨੇ ਸੰਦੀਪ ਪਾਠਕ ਜੀ, ਹੀ ਇਜ਼ ਅ ਵੈਰੀ ਗੁੱਡ ਪਰਸਨ, ਉਹਨਾਂ ਨੇ ਪੰਜਾਬ 'ਚ ਬਹੁਤ ਕੰਮ ਕੀਤਾ ਔਰ ਉਹਨਾਂ ਦੀ ਰਿਸਪੈਕਟ ਵੀ ਹੈ ਔਰ ਓਨੈਸਟ ਲੀਡਰ ਨੇ। ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਮੈਂ ਇੰਟਰੈਕਟ ਕਰਦੀ ਸੀਗੀ ਤੇ ਮੈਂ ਉਹਨਾਂ ਦੇ ਨਾਲ ਇੰਟਰੈਕਟ ਕਰਦੀ ਸੀਗੀ, ਮੀਤ ਦੇ ਨਾਲ ਇੰਟਰੈਕਟ ਕਰਦੀ ਸੀਗੀ। ਸੋ ਇਹ 2 ਲੀਡਰਸ ਨੇ, ਚੰਗੇ ਨੇ। ਸੋ ਇਹਨਾਂ ਨੂੰ ਮੈਂ ਸੁਝਾਅ ਤੇ ਦਿੱਤਾ ਸੀਗਾ ਕਿ ਤੁਸੀਂ ਪਲੀਜ਼ ਇਹ ਕਰੋ ਵੀ ਇਹ ਨਹੀਂ ਕਰਨਾ ਚਾਹੀਦਾ। ਬਾਕੀ ਪੰਜਾਬ ਦੇ ਜਿਹੜੇ ਸਕੂਲ ਹੈ, ਪਿੰਡਾਂ ਦੇ ਸਕੂਲ ਹੈ, +2 ਤੱਕ ਹੋ ਜਾਣੇ ਚਾਹੀਦੇ ਆ ਤਾਂ ਕਿ ਬੱਚੇ +2 ਤੇ ਐਟਲੀਸਟ ਪਿੰਡਾਂ ਦੇ ਪਿੰਡ 'ਚ ਕਰ ਲੈਣ, ਪਿੰਡ 'ਚ ਰਹਿ ਕੇ ਪੂਰੀ ਕਰ। ਹਾਂ, ਉਹ ਮੈਂ ਮੀਤ ਜੀ ਨੂੰ ਰਿਕੁਐਸਟ ਕਰੂੰਗੀ। ਸੋਨੀਆ ਮੈਮ, ਯੂ ਆਰ ਅ ਵੰਡਰਫੁਲ ਐਕਟਰੈਸ, ਤੁਸੀਂ ਸੋਸ਼ਲ ਐਕਟਿਵਿਸਟ ਵੀ ਹੋ, ਵੋਕਲ ਵੀ ਹੋ ਕਾਫੀ ਇਸ਼ੂਜ਼ ਨੂੰ ਲੈ ਕੇ, ਐਂਡ ਆਈ ਹੈਵ ਸੀਨ ਯੂਰ ਵਲੌਗਸ ਆਲਸੋ, ਯੂ ਆਰ ਇਨਟੂ ਵਲੌਗਿੰਗ ਆਲਸੋ। ਤੁਹਾਡਾ ਇਹ ਜਿਹਾ ਕਿਹੜਾ ਪਰਸਨੈਲਿਟੀ ਟ੍ਰੇਟ ਹੈ ਜੋ ਕਿਸੇ ਨੇ ਨਹੀਂ ਦੇਖਿਆ? ਰਿਗਾਰਡਿੰਗ ਲਾਈਕ ਕਿਵੇਂ? ਐਨੀਥਿੰਗ, ਤੁਹਾਡਾ ਪਰਸਨੈਲਿਟੀ ਟ੍ਰੇਟ ਜੋ ਕਿਸੇ ਨੂੰ ਨਹੀਂ ਪਤਾ ਵੀ ਇਹ ਵੀ ਤੁਹਾਡਾ ਟੈਲੈਂਟ ਹੈ ਜਾਂ ਇਹ ਵੀ ਤੁਹਾਡੇ ਵਿੱਚ ਖਾਸੀਅਤ ਹੈ। ਐਕਚੁਅਲੀ ਮੈਨੂੰ ਖੁਦ ਨੂੰ ਨਹੀਂ ਪਤਾ ਹਾਂ, ਮੈਂ ਆਪਣੇ ਵਿੱਚੋਂ ਜੋ ਡਿਸਕਵਰ ਕੀਤਾ ਆ, ਉਹ ਮੈਂ ਇਹ ਡਿਸਕਵਰ ਕੀਤਾ ਹੈ ਕਿ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਇੰਨੀ ਕੁ ਜ਼ਿਆਦਾ ਸੁਸਾਇਟੀ ਦੇ ਨਾਲ ਇਮੋਸ਼ਨਲੀ ਜੁੜੀ ਹੋਈ ਕੁੜੀ ਹਾਂ। ਮੈਨੂੰ ਲੱਗਦਾ ਸੀਗਾ ਕਿ ਸੋਨੀਆ ਮਾਨ ਇੱਕ ਐਕਟਰੈਸ ਆ, ਸੋਨੀਆ ਮਾਨ ਦੀਪਿਕਾ ਪਾਦੂਕੋਨ ਬਣਨਾ ਚਾਹੁੰਦੀ ਆ ਜਾਂ ਕੈਟਰੀਨਾ ਕੈਫ ਬਣਨਾ ਚਾਹੁੰਦੀ ਆ। ਸੋਨੀਆ ਮਾਨ ਆਪਣੀ ਫਿਟਨੈਸ 'ਤੇ ਧਿਆਨ ਦੇਣਾ ਚਾਹੁੰਦੀ ਹੈ, ਹੈਲਦੀ ਖਾਣਾ ਚਾਹੁੰਦੀ ਆ। ਬਟ ਸੋਨੀਆ ਮਾਨ ਨੇ ਆਪਣੇ ਆਪ ਨੂੰ ਡਿਸਕਵਰ ਕੀਤਾ ਆ ਪਿਛਲੇ 1 ਸਾਲ 1.5 ਸਾਲ ਦੇ ਵਿੱਚ, ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਡਿਸਕਵਰ ਕਰਦੇ ਹੋਏ ਆਪਣੇ ਆਪ ਨੂੰ ਲੱਭਿਆ ਕਿ ਸੋਨੀਆ ਮਾਨ ਦੀਪਿਕਾ ਪਾਦੂਕੋਨ ਨਹੀਂ ਆ ਜਾਂ ਕੈਟਰੀਨਾ ਕੈਫ ਨਹੀਂ ਆ। ਸੋਨੀਆ ਮਾਨ ਇੱਕ ਨੋਰਮਲ ਸਾਧਾਰਨ ਜੀ ਕੁੜੀ ਆ, ਇੱਕ ਕਿਸਾਨ ਦੀ ਧੀ ਹੈ, ਪਿੰਡੋਂ ਉੱਠੀ, ਔਰ ਜਿਹਨੂੰ ਮਟੀਰੀਅਲਿਸਟਿਕ ਚੀਜ਼ਾਂ ਅਟਰੈਕਟ ਨਹੀਂ ਕਰਦੀਆਂ। ਕਿਉਂਕਿ ਮੈਂ ਹਮੇਸ਼ਾ ਆਪਣੇ ਆਪ ਦੇ ਵਿੱਚ ਇੱਕ ਖਾਲੀਪਨ ਮਹਿਸੂਸ ਕਰਦੀ ਸੀਗੀ ਬੰਬੇ ਰਹਿੰਦਿਆਂ ਹੋਇਆਂ ਵੀ, ਕਿਉਂਕਿ ਮੈਨੂੰ ਪਾਰਟੀ ਕਰਨਾ ਪਸੰਦ ਨਹੀਂ ਸੀਗਾ ਜੀ। ਮੈਂ ਘਰੇ ਆਪਣੇ ਆਪ ਨੂੰ ਰੱਖਣਾ, ਉਹ ਖਾਲੀਪਨ ਮੈਨੂੰ ਸਮਝ ਨਹੀਂ ਲੱਗਦੀ ਸੀਗੀ ਕਿ ਇਹ ਖਾਲੀਪਨ ਕਿਉਂ ਆ। ਉਹ ਖਾਲੀਪਨ ਨੂੰ ਮੈਂ ਡਿਸਕਵਰ ਕੀਤਾ ਟਿਕਰੀ ਬਾਰਡਰ ਤੇ, ਉਹ ਟੈਂਟ ਦੇ ਵਿੱਚ, ਉਹ ਮੰਜੇ ਦੇ ਉੱਤੇ ਸੌਂ ਕੇ, ਉਹ ਕੂਲਰ ਦੇ ਸਾਹਮਣੇ ਜੋ ਮੈਨੂੰ ਇੱਕ ਸੰਤੁਸ਼ਟੀ ਦੀ ਨੀਂਦ ਆਉਂਦੀ ਸੀਗੀ ਨਾ, ਜੋ ਲੋਕਾਂ ਦੇ ਵਿੱਚ ਰਹਿ ਕੇ ਗੱਲਾਂ ਬਾਤਾਂ ਕਰਕੇ ਸੈਂਸ ਆਫ ਸੈਟੀਸਫੈਕਸ਼ਨ ਯਾ ਮੈਨੂੰ ਉਹ ਚੰਗਾ ਲੱਗਦਾ ਆ। ਮੈਨੂੰ
ਮਤਲਬ ਮੈਨੂੰ ਸਹੀ ਗੱਲ ਆ, ਮੈਨੂੰ ਘਰ ਰਹਿਣਾ ਨਹੀਂ ਪਸੰਦ, ਮੈਨੂੰ ਲੋਕਾਂ ਦੇ ਵਿੱਚ ਰਹਿਣਾ ਪਸੰਦ ਹੈ। ਅਸਲੀ ਸੋਨੀਆ ਮਾਨ ਉੱਥੇ ਸੀ। ਹਾਂ, ਅਸਲੀ ਸੋਨੀਆ ਮਾਨ ਉੱਥੇ ਸੀ, ਟਿਕਰੀ ਬਾਰਡਰ ਦੇ ਵਿੱਚ, ਟੈਂਟ ਦੇ ਵਿੱਚ, ਲੋਕਾਂ ਦੇ ਨਾਲ ਰਾਬਤਾ ਕਰਦੇ ਹੋਏ। ਬਸ ਦੈਟਸ ਮੀ। ਸੋ ਆਖਰੀ ਸਵਾਲ, ਤੁਸੀਂ ਕੀ ਚਾਹੁੰਦੇ ਹੋ ਵੀ ਲੋਕ ਤੁਹਾਨੂੰ ਕਿੱਦਾਂ ਯਾਦ ਰੱਖਣ, ਐਜ਼ ਅ ਕਾਮਰੇਡਸ ਡਾਟਰ, ਐਜ਼ ਐਨ ਆਰਟਿਸਟ, ਐਜ਼ ਅ ਸੋਸ਼ਲ ਐਕਟਿਵਿਸਟ ਔਰ ਐਜ਼ ਅ ਪੋਲੀਟੀਸ਼ੀਅਨ? ਆਈ ਡੋਂਟ ਨੋ ਐਕਚੁਅਲੀ, ਲੋਕਾਂ ਨੂੰ ਜੋ ਲੱਗਦਾ ਹੈ ਮੇਰੇ ਬਾਰੇ, ਲਾਈਕ ਜੋ ਲੋਕੀ ਮੇਰੇ 'ਚ ਪਸੰਦ ਕਰਦੇ ਆ, ਔਰ ਜੋ ਲੋਕਾਂ ਨੂੰ ਮੇਰੇ 'ਚ ਕੁਆਲਿਟੀ ਚੰਗੀ ਲੱਗਦੀ ਹੈ ਜਾਂ ਬੁਰੀ ਲੱਗਦੀ ਹੈ, ਵਟਐਵਰ, ਉਹਨਾਂ ਦੀ ਮਰਜ਼ੀ ਹੈ, ਰਾਈਟ। ਮੈਂ ਕਿਸੇ ਦੇ ਦਿਮਾਗ ਨੂੰ ਨਹੀਂ ਪੜ੍ਹ ਸਕਦੀ, ਜਾਂ ਮੈਂ ਕਹਿ ਨਹੀਂ ਸਕਦੀ ਕਿ ਤੁਸੀਂ ਮੈਨੂੰ ਪਸੰਦ ਕਰੋ ਨਾ ਕਰੋ, ਮੈਂ ਕਹਿੰਦੀ ਹਾਂ। ਬਟ ਹਾਂ, ਮੈਂ ਇੱਕ ਚੰਗੀ ਇਨਸਾਨ ਬਣਨਾ ਚਾਹੁੰਦੀ ਹਾਂ, ਔਰ ਰੱਬ ਮੈਨੂੰ ਹਮੇਸ਼ਾ ਚੰਗੇ ਕਾਰਜ ਮੇਰੇ ਹੱਥੋਂ ਕਰਾਵੇ। ਔਰ ਬਸ ਕਿਉਂਕਿ ਇਹ ਜਨਮ ਜਿਹੜਾ ਆ, ਇਹ ਇੱਕ ਚੰਗੇ ਕਰਮਾਂ ਦੇ ਵਿੱਚ ਹੀ ਬਤੀਤ ਕਰਨਾ ਚਾਹੁੰਦੀ ਹਾਂ, ਔਰ ਇਸ ਕਰਕੇ ਮੈਨੂੰ ਅੱਜ ਕੱਲ੍ਹ ਫਿਲਮਾਂ ਦੀਆਂ ਚੀਜ਼ਾਂ ਨਾਲੋਂ ਜ਼ਿਆਦੀਆਂ ਚੀਜ਼ਾਂ ਮੈਨੂੰ ਮੁੱਦੇ ਅਟਰੈਕਟ ਕਰਦੇ ਆ, ਸੋਸ਼ਲ ਕਾਜ਼। ਜਾਂ ਹੁਣ ਮੈਂ ਬਹੁਤ ਦੱਸਣਾ ਚਾਹੁੰਦੀ ਹਾਂ ਕਿ ਇੱਕ ਪੋਇਟਰੀ ਲੈ ਕੇ ਆ ਰਹੀ ਹਾਂ ਮੈਂ, ਲਾਈਕ ਮੈਨੂੰ ਗਾਉਣਾ ਨਹੀਂ ਆਉਂਦਾ ਜੀ। ਸੋ ਮੈਂ ਮੇਰੀ ਫਰੈਂਡ ਆ, ਉਹਨੂੰ ਮੈਂ ਕਿਹਾ ਸੀਗਾ ਕਿ ਮੈਨੂੰ ਮੁੱਦੇ ਦਿੱਤੇ, ਲਾਈਕ ਪੰਜਾਬ ਦੇ ਪਾਣੀ ਦਾ ਮੁੱਦਾ, ਪਾਣੀ ਦੀਆਂ ਫਸਲਾਂ, ਪੰਜਾਬ, ਧਰਤੀ, ਜਿਹੜੇ ਅਸਲ ਮੁੱਦੇ ਨੇ। ਅਸਲ ਧਰਤੀ ਨੂੰ ਅਸੀਂ ਮਾਂ ਕਹਿੰਦੇ ਆ, ਉਹ ਮਾਂ ਦੇ ਚਿਹਰੇ ਤੋਂ ਸ਼ੁਰੂ ਹੁੰਦੀਆਂ ਹੋਈਆਂ ਗੱਲਾਂ, ਲਾਈਕ ਜਿਹੜੀਆਂ ਮੈਂ ਥੋੜੇ ਦਿਨਾਂ, ਆਈ ਥਿੰਕ ਕੱਲ ਪਰਸੋਂ ਮੈਂ ਡਬ ਕਰੂੰਗੀ ਉਹ ਪੋਇਟਰੀ ਨੂੰ, ਉਹ ਵਿਜ਼ੂਅਲਾਈਜ਼ ਕਰਕੇ ਉਹ ਮੈਂ ਆਪਣੇ ਸੋਸ਼ਲ ਮੀਡੀਆ ਤੇ ਪਾਉਂਗੀ। ਇਹ ਇੱਕ ਮੁੱਦਾ ਹੋ ਗਿਆ। ਹੋਰ ਵੀ ਪੰਜਾਬ ਦੇ ਜਿੰਨੇ ਵੀ ਮੁੱਦੇ ਆ, ਮੇਰੇ ਕੋਲ ਪਾਵਰ ਨਹੀਂ ਹੈਗੀ ਕਿ ਮੈਂ ਉਸ ਚੀਜ਼ ਨੂੰ ਖ਼ਤਮ ਕਰ ਸਕਾਂ, ਬਟ ਹਾਂ ਮੈਂ ਉਹਨਾਂ ਨੂੰ ਹਮੇਸ਼ਾ ਆਪਣੀ ਆਵਾਜ਼ ਦੇ ਥਰੂ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਪਾਉਂਦੀ ਰਹੂੰਗੀ, ਤਾਂ ਕਿ ਲੋਕਾਂ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਐਜੂਕੇਟ ਕਰਦੀ ਰਹਾਂ। ਵੰਡਰਫੁਲ ਮੈਮ, ਵੇਟ ਕਰਾਂਗੇ ਤੁਹਾਡੀ ਪੋਇਟਰੀ ਦੀ। ਥੈਂਕ ਯੂ। ਸੋ ਵੰਡਰਫੁਲ ਹੈਵਿੰਗ ਯੂ ਹੇਅਰ। ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ, ਸੇਮ ਟੂ ਯੂ। ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਜੀ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।